ਵਾਇਸ ਆਫ ਇੰਡੀਆ ਦੇ ਪ੍ਰੋਗਰਾਮ ਪੰਜਾਬੀ ਸੱਥ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਮੇਸ਼ਾ ਵਾਂਗ ਨੇ ਬਲ ਅੰਮ੍ਰਿਤਸਰੀਆ ਸਾਹਿਬ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਕਰਨਗੇ ਤੇ ਅੱਜ ਗੱਲਬਾਤ ਦਾ ਜਿਹੜਾ ਮੁੱਦਾ ਹੈ ਉਹ ਸ਼ੁਰੂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਲ ਸਾਹਿਬ ਦਾ। ਸਤਿ ਸ਼੍ਰੀ ਅਕਾਲ ਜੀ ਬਲ ਸਾਹਿਬ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਸਾਰੇ ਦਰਸ਼ਕਾਂ ਨੂੰ ਹਰ ਵਾਰਾਂ ਦੀ ਤਰ੍ਹਾਂ, ਕਿਉਂਕਿ ਅੱਗੇ ਵੀ ਅਸੀਂ ਹਰ ਵਾਰੀ ਕਹਿੰਦੇ ਆ ਕਿ ਜਿਹੜੇ ਸਮੇਂ 'ਚੋਂ ਸਮਾਂ ਕੱਢ ਕੇ ਜਿੰਨਾ ਕੁ ਪਿਆਰ ਬਖਸ਼ਦੇ ਨੇ ਜੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਲ ਸਾਹਿਬ, ਹਾਂਜੀ, ਤੂੰ ਕਾਹਦਾ ਪਟਵਾਰੀ, ਮੁੰਡਾ ਮੇਰਾ ਰੋਵੇ ਅੰਬ ਨੂੰ ਜਾਂ ਮੁੰਡਾ ਤੇਰਾ ਰੋਵੇ ਅੰਬ ਨੂੰ। ਹਾਂਜੀ ਹਾਂਜੀ ਇਹ ਜਿਹੜੇ ਇਦਾਂ ਦੇ ਗੀਤ ਕਹਾਵਤਾਂ ਬਣਾਈਆਂ, ਹਾਂਜੀ। ਉਹ ਕਈ ਵਾਰੀ ਲੱਗਦਾ ਹੁੰਦਾ ਯਾਰ ਪਤਾ ਨਹੀਂ ਵਿਹਲੇ ਬੰਦੇ ਜਿਹੜੇ ਇਦਾਂ ਦੇ ਗਾਣੇ ਜਿਹੇ ਲਿਖੀ ਜਾਂਦੇ ਆ ਜਾਂ ਇਦਾਂ ਦੀਆਂ ਗੱਲਾਂ ਲਿਖੀ ਜਾਂਦੇ ਆ, ਪਰ ਕਈ ਵਾਰੀ ਉਹ ਢੁੱਕਦੀ ਬੜੀ ਟਿਕਾਣੇ ਤੇ। ਅਸਲ ਪਤਾ ਕੀ ਗੱਲ ਜੀ, ਇਹ ਉਹ ਮਹਿਕਮਾ ਆ ਜਿਹਨੂੰ ਮਹਿਕਮਾ ਹੀ ਮਾਲ ਕਹਿੰਦੇ ਆ। ਤੇ ਤੁਹਾਨੂੰ ਪਤਾ ਪੰਜਾਬੀ 'ਚ ਮਾਲ ਕਿਹਨੂੰ ਕਹਿੰਦੇ, ਵੀ ਫਲਾਣੇ ਬੰਦੇ ਕੋਲ ਬੜਾ ਮਾਲ ਆ। ਨਹੀਂ, ਮਾਲ ਡੰਗਰ ਵੀ ਹੁੰਦਾ ਹੈ। ਤੇ ਵੈਸੇ ਗੁੱਸਾ ਨਾ ਕਰ ਲੈਣ ਪਟਵਾਰੀ ਭਰਾ, ਹਾਲ ਉਹੀ ਹੁੰਦਾ ਵੀ ਪਹਿਲਾਂ ਜਿੰਨੇ ਪਟਵਾਰੀ ਸੀ 10ਵੀਂ ਪਾਸ ਸੀਗੇ। ਕਈ ਤਾਂ ਜਿਹੜੇ ਉਦੋਂ ਪੁਰਾਣੇ 10ਵੀਂ ਪਾਸ ਵੀ ਨਹੀਂ, ਜਿਨ੍ਹਾਂ ਨੂੰ ਕਈ ਵਾਰਾਂ ਨੂੰ ਸਾਡੇ ਬਜ਼ੁਰਗ ਦਿਖਾਉਂਦੇ ਹੁੰਦੇ ਇਹ ਫਲਾਣੇ ਦਾ ਮੁੰਡਾ ਦੇ ਵੀ ਪਟਵਾਰੀ ਹੋ। ਤੇ ਇਹ ਵੇਖ ਲਾ ਉਦੋਂ ਪੁਰਾਣਾ 5ਵੀਂ ਪੜ੍ਹਿਆ ਕਿ 6ਵੀਂ ਪੜ੍ਹਿਆ ਸੀ ਤੇ 10ਵੀਂ ਪਾਸ ਹੋ ਗਏ। ਉਸ ਤੋਂ ਬਾਅਦ ਕੁਆਲੀਫਿਕੇਸ਼ਨ ਅਜੇ ਵੀ +2 ਆ। ਮਤਲਬ ਜਿਹੜੀ ਸਭ ਤੋਂ ਥੱਲੇ ਵਾਲੀ ਕੁਆਲੀਫਿਕੇਸ਼ਨ, ਸਭ ਤੋਂ ਮੋਟੀ ਕਮਾਈ। ਸਭ ਤੋਂ ਮੋਟੀ ਕਮਾਈ। ਪਰ ਦੇਖੋ ਰੌਲਾ ਕਿੰਨਾ ਪਿਆ ਪੰਜਾਬ ਦੇ ਵਿੱਚ ਜਦੋਂ ਸਰਕਾਰੀ ਜ਼ਮੀਨਾਂ ਜਾਂ ਪੰਚਾਇਤੀ ਜ਼ਮੀਨਾਂ ਨੂੰ ਛਡਾਉਣ ਦੀ ਗੱਲ ਚੱਲੀ। ਜਦੋਂ ਸੋਚਦੇ ਛਡਾਉਣਾ ਹੀ ਕਾਹਦੇ ਲਈ, ਇਹਦਾ ਮਤਲਬ ਕਿਤੇ ਨਾ ਕਿਸੇ ਨੇ ਕਬਜ਼ਾ ਕੀਤਾ ਹੋਇਆ, ਦੱਬੀਆਂ ਹੋਈਆਂ ਜ਼ਮੀਨਾਂ। ਬਿਲਕੁਲ ਜੀ, ਬਿਲਕੁਲ। ਉਹ ਜ਼ਮੀਨਾਂ ਨੂੰ ਛਡਾਉਣ ਦੀ ਗੱਲ ਚੱਲੀ ਤੇ ਕੁਛ ਦਾ ਕੁਛ ਬਣ ਗਿਆ। ਵੱਡੇ ਵੱਡੇ ਜਿਹੜੇ ਸੀਗੇ ਉਹ ਲੋਕ ਜਿਹੜੇ ਸੀ ਉਹ ਕਾਬੂ 'ਚ ਆ ਗਏ ਸਰਕਾਰ ਦੇ। ਸਰਕਾਰ ਨੇ ਉਹਨਾਂ ਕੋਲੋਂ ਜ਼ਮੀਨਾਂ ਛਡਾਉਣ ਦੀ ਗੱਲ ਕੀਤੀ। ਹੁਣ ਪਟਵਾਰੀ ਵਾਲੀ ਗੱਲ ਜਿਹੜੀ ਸੀ ਜੋੜ ਕੇ ਆਪਾਂ ਇੱਦਾਂ ਕਰਦੇ ਪਏ ਹਾਂ ਕਿ ਉਹਨਾਂ ਨੇ ਇਹ ਆ ਜਿਹੜਾ ਮਸਲਾ ਹੁਣ ਹੋਇਆ, ਧਰਮਸੋਤ ਸਾਹਿਬ ਫੜ ਲਏ। ਹਾਂਜੀ, ਧਰਮਸੋਤ ਕਹਿੰਦੇ ਜੀ ਵੀ ਉਹ ਜਿਹੜੇ ਦਰਖਤ ਸੀਗੇ ਉਹਨਾਂ ਨੂੰ ਪੈਸੇ ਲੈ ਕੇ ਕਟਵਾਉਣ ਦਾ, ਵੱਢਣ ਦਾ ਹੁਕਮ ਜਿਹੜਾ ਸੀ ਜਾਰੀ ਕਰਦੇ ਸੀਗੇ। ਹਾਂਜੀ ਹਾਂਜੀ, ਉਹ ਧਰਮਸੋਤ ਦੀ ਗੱਲ ਚੱਲੀ ਆ। ਤੇ ਇੱਕ ਹੋਰ ਮੰਤਰੀ ਪੁਰਾਣਾ ਜਿਹੜਾ ਵਾ ਉਹ ਵੀ ਜੰਗਲ ਵਾਲਾ ਮੰਤਰੀ, ਇਹ ਵੀ ਜੰਗਲ ਵਾਲੇ ਮੰਤਰੀ ਸੀਗੇ, ਉਹਨਾਂ ਦਾ ਨਾਮ ਵਿੱਚ ਆ ਗਿਆ। ਇਹ ਸਾਰਾ ਕੁਝ ਕੀ ਹੋ ਰਿਹਾ? ਅਸਲ ਜਿਵੇਂ ਪਹਿਲਾਂ ਆਪਾਂ ਪਟਵਾਰੀ ਦੀ ਗੱਲ ਕਰ ਰਹੇ ਸਾਂ। ਹਾਂਜੀ, ਪਟਵਾਰ ਇੱਕ ਇਹੋ ਜਿਹਾ ਮਹਿਕਮਾ ਹੋਇਆ ਜੀ, ਅਸੀਂ ਆਪਣੇ ਅੱਖੀਂ ਦੇਖੇ ਆ, ਕਿਉਂਕਿ ਮੈਂ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦਾ। ਸਾਡਾ ਜਿਹੜਾ ਪਹਿਲਾ ਝਗੜਾ ਹੋਇਆ ਸੀ ਜ਼ਮੀਨ ਦਾ, ਉਹ ਸ਼ਾਇਦ 1979 'ਚ ਹੋਇਆ ਸੀ। ਕਿਹਦੇ ਨਾਲ ਕਰ ਲਿਆ ਝਗੜਾ? ਉਹ ਸਾਡਾ ਆਪਸ ਸੀ, ਰਿਸ਼ਤੇਦਾਰੀ 'ਚ ਸੀਗਾ। ਅੱਛਾ, ਸਰੀਕੇ ਭਾਈਚਾਰੇ ਦਾ। ਹਾਂ, ਸਾਡੇ ਪੜਦਾਦਾ ਜੀ ਇਕੱਲੇ, ਸਾਡੇ ਦਾਦਾ ਜੀ ਇਕੱਲੇ, ਉਹ ਇਕੱਲੇ ਸੀ। ਤੇ ਉਦੋਂ ਇੱਕ ਨਾ ਗਵਰਨਮੈਂਟ ਨੇ ਪਾਲਿਸੀ ਚਲਾਈ ਸੀ ਕਿ ਤੁਹਾਡੇ ਕੋਲੋਂ 20 ਕਿੱਲੇ, ਸ਼ਾਇਦ ਉਸ ਤੋਂ ਵੱਧ 17.5 ਏਕੜ, 17.5 ਏਕੜ ਤੋਂ ਵੱਧ ਜ਼ਮੀਨ ਨਹੀਂ ਹੋ ਸਕਦੀ। ਤੇ ਸਾਡੇ ਜਿਹੜੇ ਪੜਦਾਦਾ ਜੀ ਸੀ ਉਹਨਾਂ ਕੋਲ ਤਕਰੀਬਨ ਉਸ ਸਮੇਂ ਸ਼ਾਇਦ ਜੋ ਲੋਕਾਂ ਨੇ ਦੱਸਿਆ ਜਾਂ ਜੋ ਸਾਨੂੰ ਸਾਡੇ ਘਰਦਿਆਂ ਦੱਸਿਆ 56 ਕਿੱਲੇ ਜ਼ਮੀਨ ਸੀ ਸਾਡੇ ਕੋਲ। ਉਹ ਚੁੱਕ ਕੇ ਕਿਸੇ ਹੋਰ ਬੰਦੇ ਨੇ ਕਿਹਾ ਵੀ ਤੁਸੀਂ ਮੇਰੇ ਨਾਂ ਤੇ ਇਹਦੀ ਪਾਵਰ ਆਫ ਅਟਾਰਨੀ ਕਰਦੇ ਜਾਂ ਇਸ ਤਰ੍ਹਾਂ ਕਰਦੇ, ਰਜਿਸਟਰੀ ਬਾਅਦ ਤੈਨੂੰ ਵਾਪਸ ਕਰ ਦਾਂਗੇ। ਠੀਕ ਹੈ, ਉਹ ਕਰ ਦਿੱਤੀ ਜੀ। ਆਪਣੇ ਕੋਲ ਹੀ ਰੱਖ ਲਏ, ਜਿੰਨੇ 17.5 ਜਿੰਨੇ ਤੁਸੀਂ ਦੱਸੇ ਕਿ 18 ਰੱਖ ਲਏ, ਕਿਸ ਤਰੀਕੇ ਨਾਲ ਇਹਨੇ ਰੱਖ ਲਏ, ਬਾਕੀ ਉਹਦੇ ਨਾਂ ਕਰਾਤੀ। ਹੁਣ ਜਿਹੜੇ ਬੰਦੇ ਦੇ ਨਾਲ ਜ਼ਮੀਨ ਹੋ ਗਈ, ਜ਼ਮੀਨ ਉਦੋਂ ਫਿਰ ਹੌਲੀ ਹੌਲੀ ਆ ਕੇ ਮਹਿੰਗੀ ਹੋ ਗਈ। 77, 78, 79, 80 ਆ ਕੇ ਜ਼ਮੀਨ ਮਹਿੰਗੀ ਹੋ ਗਈ। ਜਿਹੜੀ 100 'ਚ ਸੀ ਉਹ 1000 'ਚ। ਗੁਰਦੌਰੀਆਂ ਉਹਦੇ ਨਾਂ ਤੇ ਹੋ ਗਈਆਂ, ਛਡਾਉਣੀ ਔਖੀ ਹੋ ਗਈ ਸਭ ਕੁਝ ਜੀ। ਬੰਦਾ ਬੇਈਮਾਨ ਹੁਣ ਲੱਗਾ ਮਿੰਟ ਲਾਉਂਦਾ ਨਹੀਂ, ਥੋੜੀ ਹੋਏ ਤੇ ਚਲੋ ਬੇਈਮਾਨ ਨਾ ਹੋਵੇ। ਜਿਹਦੇ ਨਾਲ 27, 28 ਕਿੱਲੇ ਜ਼ਮੀਨ ਹੋ ਗਈ, ਉਹਨੇ ਨਾ ਕਰਤੀ ਸਾਫ਼। ਚਲੋ ਜੀ, ਕੇਸ ਚੱਲਦਾ ਰਿਹਾ। ਅਸੀਂ ਪਟਵਾਰੀ ਕੋਲ ਜਾਣਾ, ਇਹ ਭਾਜੀ ਫਿਰ ਨੰਬਰ ਲਾ ਕੇ ਚਲੋ ਹੁਣ ਤਾਂ ਮੈਨੂੰ ਹਾਸਾ ਆਉਂਦਾ, ਰੋਣ ਵੀ ਆਉਂਦਾ ਸੀ। ਉਦੋਂ ਮੇਰੀ ਛੋਟੀ ਜਿਹੀ ਉਮਰ ਸੀ ਤੇ ਘਰ ਦੇ ਕਹਿੰਦੇ ਸੀ ਵੀ ਹੋਰ ਕੋਈ ਵਿਹਲਾ ਨਹੀਂ। ਫਾਦਰ ਸਾਹਿਬ ਨੌਕਰੀ ਕਰਦੇ, ਚਾਚੇ ਸਾਡੇ ਤਕਰੀਬਨ 3 ਕੇ ਪੜ੍ਹੇ ਸੀ, 4ਥੀ ਕਲਾਸ। ਉਹਨਾਂ ਕੋਸ਼ਿਸ਼ ਹੀ ਨਹੀਂ ਕੀਤੀ ਜਾਣ ਦੀ ਵੀ ਜ਼ਮੀਨ ਜਾਇਦਾਦ ਖੁੱਲੀ ਹੈ ਤੇ ਮੁੰਡੇ ਕੌਣ ਪੜ੍ਹੇ, ਕਿੱਥੋਂ ਪੜ੍ਹਦੇ। ਜਾਣਾ ਜੀ, ਤੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਉਹਨੇ ਕਹਿਣਾ ਭਾਜੀ ਇਹ 1 ਨੰਬਰ ਦੇ ਫਿਰ 20 ਰੁਪਏ ਉਹਨਾਂ ਦਿਨਾਂ 'ਚ। ਭਲੇ ਜ਼ਮਾਨੇ ਦੀਆਂ ਗੱਲਾਂ, ਜਿੰਨਾ 'ਚ ਹਜ਼ਾਰਾਂ ਦਾ ਕਿੱਲਾ ਹੁੰਦਾ ਸੀਗਾ। ਹਾਂਜੀ ਹਾਂਜੀ, 1 ਨੰਬਰ ਦੇ 20 ਰੁਪਏ। ਤੇ ਹੁਣ ਹਿਸਾਬ ਲਾ ਲਓ ਵੀ ਜੇ 17, 18 ਜਾਂ 27, 28 ਕਿੱਲਿਆਂ ਦੇ ਨੰਬਰ ਲਵਾਉਣੇ ਤੇ 500-600 ਰੁਪਇਆ ਸੌਖਾ ਲੈ ਲੈਂਦੇ ਸੀ। ਹੁਣ ਜਿਹੜੇ ਬੰਦੇ ਨੂੰ ਰੋਜ਼ ਦੀ ਇੱਕ ਬੰਦੇ ਤੋਂ ਮੈਂ ਐਵਰੇਜ ਲਾ ਲੈਣਾ 100 ਤੋਂ 200 ਕਮਾਈ ਉਹਨਾਂ ਦਿਨਾਂ 'ਚ ਸੀ। ਨਹੀਂ, ਪਰ ਦੇਖੋ ਇੱਕ ਗੱਲ ਹੈ, ਬਦਨਾਮ ਪਟਵਾਰੀ ਨੂੰ ਕਰ ਦਿੱਤਾ, ਪਰ ਉਦੋਂ ਬਾਅਦ ਉਹ ਨਾਇਬ ਤਹਿਸੀਲਦਾਰ, ਡੀਸੀ, ADC, ਕਈ ਕੁਛ ਹੈਗਾ ਜਿਹਨਾਂ ਨੂੰ ਉਹ
ਕਹਿੰਦੇ ਜੀ ਅਸੀਂ ਤਾਂ ਪੈਸੇ ਉੱਪਰ ਪਹੁੰਚਾਉਂਦੇ, ਸਾਡੇ ਵੱਲੇ ਤਾਂ ਪੈਂਦਾ ਕੱਖ ਨਹੀਂ। ਇਹੋ ਹੀ ਤੇ ਗੱਲ ਹੈ ਜੀ, ਜਿਹੜੀਆਂ ਪੂਛਾਂ ਨੇ ਨਾ, ਉਹ ਕਿਸੇ ਨੇ ਕਿਹਾ ਸੀ ਨਾ ਚੂਹੇ ਨੂੰ ਵੀ ਹਾਂ ਵੀ ਕਿਵੇਂ, ਉਹ ਕਹਿੰਦਾ ਜੀ ਮੈਨੂੰ ਬਿੱਲੀ 20 ਸਾਲ ਨਹੀਂ ਫੜ ਸਕਦੀ। ਹੁਣ ਬਿੱਲੀ 5-7 ਇਕੱਠੀਆਂ ਹੋਈਆਂ ਕਹਿੰਦੇ ਵੀ ਇਹਦੇ ਚੈਲੰਜ ਆ ਸਾਡੇ ਵਾਸਤੇ। ਉਹਨੇ ਕਿਹਾ ਚੈਲੰਜ ਤੇ ਪੈ ਗਿਆ ਤੇ ਲੇਕਿਨ ਇਹਨੂੰ ਚੂਹੇ ਨੂੰ ਫੜਨਾ ਵੀ ਬੜਾ ਜ਼ਰੂਰੀ। ਹੁਣ ਬਿੱਲੀ ਚੂਹਾ ਨਾ ਫੜੇ ਤੇ ਨਮੋਸ਼ੀ ਵਾਲੀ ਗੱਲ ਆ। ਠੀਕ ਹੈ। ਬਿੱਲੀਆਂ ਨੇ ਕਿਹਾ ਵੀ ਚੂਹੇ ਨੂੰ ਸੱਦਿਆ, ਕਹਿੰਦੇ ਵੀ ਵੇਖ ਤੂੰ ਵਧੀਆ ਤਗੜਾ, ਇਸ ਕਰਕੇ ਤੈਨੂੰ ਅਸੀਂ ਨਾ ਅੱਜ ਤੋਂ ਬਾਅਦ ਪ੍ਰਧਾਨ ਬਣਾ ਦਿੰਦੇ ਜਾਂ ਸਰਪੰਚ ਬਣਾਤਾ ਜਾਂ ਜਿਵੇਂ ਇੱਧਰ ਗੱਲੋਂ ਕਾਨੂੰਗੋ ਬਣਾਤਾ ਜਾਂ ਪਟਵਾਰੀ ਬਣਾਤਾ। ਠੀਕ ਹੈ। ਉਹਨੇ ਕਿਹਾ ਲੇਕਿਨ ਉਹਦਾ ਅਸੀਂ ਛੱਜ ਤੇਰੇ ਮਗਰ ਬੰਨਾਂਗੇ। ਹੁਣ ਚੂਹਾ ਕੀ ਕਰੇ, ਭੱਜ ਕੇ ਖੁੱਡ 'ਚ ਫੜਨ ਲੱਗੇ, ਸਾਰਾ ਲੰਘਦੇ ਪੁੱਛਣਾ ਛੱਜ ਬੱਧਾ, ਛੱਜ ਅੰਦਰ ਜਾਣ ਨਾ ਦੋ। ਬਿਲਕੁਲ ਬਿਲਕੁਲ। ਉਹ ਆਂਦੇ ਨਾ ਵੀ ਛੱਜ ਬੱਧਾ ਮਗਰ ਤੇ ਛੱਜ ਨਹੀਂ ਟਿਕਣ ਦਿੰਦਾ। ਉਹੀ ਚੱਕਰ ਇੱਧਰ ਪਟਵਾਰ ਵਾਲ ਹੋਇਆ, ਉਹੀ ਕਾਨੂੰਗੋ ਵਾਲ ਹੋਇਆ, ਉਹ ਸਾਰੇ ਤਹਿਸੀਲਦਾਰ ਤੇ ਜਿਹੜੇ ਸਾਡੇ ਤੇ ਉਹ ਛੱਡੋ, ਸਾਡੇ ਤੇ ਇੱਕ ਪੁਲਿਸ ਵਾਲਾ ਸਿਪਾਹੀ ਆ ਨਾ, ਉਹਦੇ ਵੀ ਛੱਜ ਵੱਜ ਟੋਕ ਉਹ ਜਾਂਦਾ ਫੀਤੀ ਜਿਹੜੀ ਲੱਗੀ ਆ, ਸਟਾਰ ਲੱਗਾ ਜਿਹੜਾ, ਛੱਜ ਵੱਜ ਜਾਂਦਾ, ਕੋਈ ਉਹ ਤੋਂ ਥੱਲੇ ਉਤਰਦਾ ਨਹੀਂ। ਹੁਣ ਜੇ ਪਟਵਾਰੀ ਆ, ਹੁਣ ਜੇ ਪਟਵਾਰੀ ਨੇ ਮੰਨ ਲਓ 1000 ਲਿਆ, ਉਹਦੇ ਚ ਉਹਨੇ ਵਿਚਾਰੇ 600 ਤਾਂ ਦੇਣਾ। ਬਿਲਕੁਲ। ਪਹਿਲਾਂ ਤਾਂ ਉਹਨੇ ਝੂਠ ਮਾਰਨਾ ਵੀ ਜਨਾਬ ਯਾਰ ਕਾ 700 ਰੁਪਏ ਦਿਹਾੜੀ ਬਣੀ, ਮਿਲਿਆ ਹੀ 700, 600 ਤੁਹਾਡੇ 600 ਤੁਹਾਡਾ। ਹੁਣ 600 ਦੇ ਵਿੱਚੋਂ ਕੀ ਕਰਨਾ ਜੀ, ਕਾਨੂੰਗੋ ਨੇ ਤਹਿਸੀਲਦਾਰ ਨੂੰ ਕਿੰਨਾ ਦੇਣਾ, 400 ਦੇਣਾ, 200 ਉਹਨੇ ਰੱਖਣਾ। ਪਟਵਾਰੀ ਇਸ ਕਰਕੇ ਕਿਹਾ ਵੀ ਵੇਖੋ ਜਿਹੜੇ ਬੰਦੇ ਨੇ ਥੱਲੇ ਵੀ ਹੇਰਾਫੇਰੀ ਮਾਰਨ ਦੇ ਬਾਵਜੂਦ ਵੀ ਤਹਿਸੀਲਦਾਰ ਦੇ ਵੱਧ ਕਮਾਈ ਕੀਤੀ। ਬਿਲਕੁਲ ਬਿਲਕੁਲ ਕਰ ਗਿਆ ਨਾ ਜੀ। ਇਸ ਕਰਕੇ ਪਟਵਾਰੀ ਥੋੜਾ ਜ਼ਿਆਦਾ ਅਹਿਮੀਅਤ ਰੱਖਦਾ ਸੀ। ਜਿਵੇਂ ਨਾਰਮਲੀ ਮੈਂ ਵੀ ਆਪਣੇ ਪਰਿਵਾਰ 'ਚ ਗੱਲ ਕੀਤੀ ਵੀ ਚਲੋ ਆਪਾਂ, ਮੈਂ ਫਾਰਮਾਸਿਸਟ ਹਾਂ ਤੇ ਮੈਂ ਕਿਹਾ ਜੀ ਮੁੰਡੇ ਨੂੰ ਡਾਕਟਰ ਬਣਾਵਾਂਗੇ ਜਾਂ ਇੰਜੀਨੀਅਰ ਬਣਾਵਾਂਗੇ। ਉਹ ਕਹਿੰਦੇ ਤੂੰ ਬੇਵਕੂਫ ਹੈ, ਪਹਿਲਾਂ ਤੂੰ BSc ਮੈਡੀਕਲ ਕੀਤੀ, ਫਿਰ ਤੇਰੀ ਵਾਹ ਨਹੀਂ ਗਈ ਡਾਕਟਰੀ ਵਾਲ ਤੇ ਤੂੰ ਡਿਪਲੋਮਾ ਫਾਰਮੇਸੀ ਕੀਤਾ, ਫਾਰਮਾਸਿਸਟ ਬਣਿਆ, ਤੇ ਤੇਰੀ ਜੇਬ ਚੋਂ ਤੇ ਕਹਿੰਦਾ ਕਦੀ ਅਸੀਂ 1 ਲੱਖ ਤੇ ਲੱਖ ਰੁਪਇਆ ਵੇਖਿਆ ਨਹੀਂ, ਤੇ ਤੂੰ ਕਹਿੰਦੇ ਜੀ ਮੈਂ ਕਿ ਮੈਨੂੰ ਅੱਗ ਲਾਉਣੀ, ਤੂੰ ਮੁੰਡੇ ਨੂੰ ਪਟਵਾਰੀ ਬਣਾ, ਮੌਕੇ ਤੇ ਕਰੋੜਾਂ ਫੜੇ ਜਾਂਦੇ ਆ। ਹਾਂ ਬਿਲਕੁਲ ਬਿਲਕੁਲ ਇਦਾਂ ਹੀ ਆ ਜੀ ਗੱਲ। ਅੱਛਾ ਜੀ, ਇਹ ਉਹ ਤਾਂ ਤੁਸੀਂ ਵੈਸੇ ਕਵਿਤਾ ਝੱਟ ਘੜ ਲੈਂਦੇ ਆ, ਕੋਈ ਇਹ ਰਿਸ਼ਵਤਖੋਰੀ ਦੀ ਗੱਲ ਨਹੀਂ ਤੁਸੀਂ ਕਵਿਤਾ 'ਚ ਜੋੜੀ? ਅੱਜ ਤੇ ਵੇਖੋ ਜੀ ਗੱਲਾਂ ਸਾਰੀਆਂ ਇੱਕ ਤੇ ਇਨਸਾਨੀਅਤ ਦੀਆਂ ਹੋਣਗੀਆਂ। ਇੱਕ ਜਿਹੜੀ ਤੁਸੀਂ ਆ ਗੱਲ ਕੀਤੀ ਧਰਮਸੋਤ ਸਾਹਿਬ ਜੀ ਕੋਈ ਦਰਖਤ ਵੇਚ ਕੇ ਖਾ ਗਏ। ਸਾਡੇ ਤੇ ਇੱਕ ਯਾਰ ਨੇ ਇੱਕ ਦਿਨ ਗੱਲ ਹੋਈ, ਕਹਿੰਦਾ ਜੰਗਲ ਖਾ ਗਿਆ ਜੀ, ਮੈਂ ਤਾਂ ਜੰਗਲ ਕਹਿਣਾ। ਹਾਂਜੀ, ਉਹੀ ਉਹਨੇ ਬੜੀ ਵਧੀਆ ਗੱਲ ਦੱਸੀ ਜੀ। ਕਹਿੰਦਾ ਲੋਕੀ ਤੇ ਕਹਿੰਦੇ ਨੇ ਵੀ ਫਲਾਣੇ ਨੇ ਫਲਾਣੇ ਦਾ ਘਰ ਵੇਚਤਾ, ਫਲਾਣੇ ਨੇ ਫਲਾਣੇ ਦੀ ਜ਼ਮੀਨ ਵੇਚਤੀ। ਉਹ ਕਹਿੰਦਾ ਜਿਹੜਾ ਪੰਛੀਆਂ ਦੇ ਆਲ੍ਹਣੇ ਵੇਚ ਗਿਆ, ਦੱਸੋ ਉਹਨੂੰ ਵੱਡੀ ਸਜ਼ਾ ਚਾਹੀਦੀ। ਬਿਲਕੁਲ ਬਿਲਕੁਲ। ਤੇ ਉਹੀ ਜੀ ਬਾਂਦਰ ਵਿਚਾਰਾ ਕਿਸੇ ਤਰੀਕੇ ਨਾਲ ਪੂਰਾ ਹੋ ਕੇ ਧਰਮਰਾਜ ਕੋਲ ਚਲ ਗਿਆ, ਤੇ ਧਰਮਰਾਜ ਕੋਲ ਜਾ ਕੇ ਹੁਣ ਗਿਲਾ ਕੀ ਕਰਦਾ? ਹਾਂਜੀ, ਗਿਲਾ ਉਹਦਾ ਇਹੀ ਸੀ ਵੀ ਮੇਰੇ ਤੋਂ ਤੂੰ ਆਪ ਤੇ ਇਨਸਾਨ ਬਣਾਤੇ, ਜਿਸ ਤਰ੍ਹਾਂ ਆਦਮੀ ਬਣਾਤਾ। ਅਸੀਂ ਕਹਿੰਦੇ ਕਿ ਬਾਂਦਰ ਤੋਂ ਬਣੇ ਆ। ਇਹ ਵੀ ਬੜੀ ਲੰਮੀ ਚੌੜੀ ਥਿਊਰੀ ਹੈ ਕਿ ਜਿਹੜਾ ਬੰਦਿਆਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਵੀ ਬੰਦਾ ਬਾਂਦਰ ਤੋਂ ਬਣਿਆ। ਤੇ ਹੁਣ ਬਾਂਦਰ ਨੇ ਗਿਲਾ ਕੀਤਾ ਜਾ ਕੇ ਧਰਮਰਾਜ ਕੋਲ। ਵੇਖੋ ਜੀ, ਕਹਿੰਦਾ ਬਾਂਦਰ ਅਰਜ ਗੁਜ਼ਾਰੀ ਰੱਬ ਅੱਗੇ, ਵਾਹ ਡਾਢਿਆ ਕੁਦਰਤਾਂ ਤੇਰੀਆਂ ਨੇ। ਕੀ ਬਾਤ ਹੈ। ਬਾਂਦਰ ਅਰਜ ਗੁਜ਼ਾਰੀ ਰੱਬ ਅੱਗੇ, ਵਾਹ ਡਾਢਿਆ ਕੁਦਰਤਾਂ ਤੇਰੀਆਂ ਨੇ, ਤੇ ਪੂਛ ਵੱਢ ਕੇ ਜਿਹਨੂੰ ਬਣਾਇਆ ਬੰਦਾ, ਤੇ ਉਹ ਲਾਈ ਫਿਰਦਾ ਪੂਛਾਂ ਬਥੇਰੀਆਂ ਨੇ, ਜਿਹੜੀਆਂ ਤੁਸੀਂ ਹੁਣੇ ਗੱਲ ਕਹੀ। ਪੂਛ ਵੱਢ ਕੇ ਜਿਹਨੂੰ ਬਣਾਇਆ ਬੰਦਾ, ਉਹ ਲਾਈ ਫਿਰਦਾ ਪੂਛਾਂ ਬਥੇਰੀਆਂ ਨੇ। ਬਹੁਤ ਖੂਬ, ਬਹੁਤ ਖੂਬ, ਬਹੁਤ। ਕਿਉਂਕਿ ਜਿਵੇਂ ਤੁਸੀਂ ਹੁਣ ਕਹਿੰਦੇ ਨਾ ਤਹਿਸੀਲਦਾਰ ਹੋ, ਕਾਨੂੰਗੋ ਤੇ ਜੇ ਤੇ ਬੋ, ਇਹ ਸਭ ਪੂਛਾਂ ਹੀ ਨੇ। ਜਿਵੇਂ ਛੱਜ ਦੀ ਗੱਲ ਕੀਤੀ, ਆਂਦਾ ਜੀ ਵੇਖੋ ਮੈਂ ਦਰਖਤ ਤੇ ਫਲਾਂ ਨਾਲ, ਮੈਂ ਦਰਖਤ ਤੇ, ਦਰਖਤ ਤੇ ਅਤੇ ਨਹੀਂ ਦਰਖਤ ਤੇ ਫਲਾਂ ਨਾਲ ਸਾਰ ਲੈਂਦਾ, ਤੇ ਬੰਦਾ ਦਰਖਤ ਹੀ ਸਾਰੇ ਖਾਈ ਜਾਵੇ, ਮੇਰੀ ਪੂਛ ਕਦੀ ਕਦੀ ਟੋੜੇ ਤਾਣੀਆਂ ਨੂੰ, ਤੇ ਬੰਦਾ ਹੱਥਾਂ ਪੂਛ ਅੜਾਈ ਜਾਵੇ। ਕੀ ਬਾਤ ਹੈ, ਬਹੁਤ ਖੂਬ। ਜਿਵੇਂ ਤੁਸੀਂ ਕਹਿ ਕੇ ਜੰਗਲ ਹੀ ਖਾ, ਜੰਗਲ ਹੀ ਖਾ ਗਿਆ ਜੀ, ਖਾ ਗਿਆ ਬਿਲਕੁਲ। ਬੰਦਾ ਹੱਥਾਂ ਪੂਛ ਅੜਾਈ ਜਾਵੇ, ਮੇਰਾ ਮੂੰਹ ਕਾਲਾ ਤੇ ਰੱਬਾ ਤੂੰ ਕੀਤਾ, ਤੇ ਬੰਦਾ ਹੱਥਾਂ ਮੂੰਹ ਕਾਲਾ ਕਰਾਈ ਜਾਵੇ। ਆਪ ਕਰਾ ਰਿਹਾ, ਆਪ ਕਰਾਏ, ਹੱਥਾਂ ਮੂੰਹ ਕਾਲਾ ਕਰਾਈ ਜਾਵੇ। ਆਂਦਾ ਵੇਖੋ ਜੀ, ਮੇਰੇ ਪਿਛਵਾੜੇ ਨੂੰ ਸਜ਼ਾ ਨਾਲ ਲਾਲ ਕੀਤਾ। ਜਿਵੇਂ ਤੁਸੀਂ ਹੁਣ ਪੁਲਿਸ ਦੀ ਵੀ ਗੱਲ ਕੀਤੀ, ਤੇ ਥੱਲੇ ਪੰਜਾਬ ਪੁਲਿਸ ਬਣੀ ਰੱਬ ਫਿਰਦੀ, ਜਿਹਨੂੰ ਮਰਜੀ ਢਾਕ ਡਾਂਗ ਫੇਰ ਦਿੰਦੀ ਆ। ਮੇਰੇ ਪਿਛਵਾੜੇ ਨੂੰ ਸਜ਼ਾ ਨਾਲ ਲਾਲ ਕੀਤਾ, ਤੇ ਥੱਲੇ ਪੰਜਾਬ ਪੁਲਿਸ ਬਣੀ ਰੱਬ ਫਿਰਦੀ, ਤੇ ਚਿਕ ਸਾਡੇ ਨਾਲੋਂ ਵੱਧ ਪਾਰਲੀਮੈਂਟ ਵਿੱਚ ਹੋਵੇ, ਤੇ ਦੁਨੀਆ ਲੁੱਟਣ ਨੂੰ ਲੱਭਦੀ ਸਬੱਬ ਫਿਰਦੀ। ਕੀ ਬਾਤ। ਪਾਰਲੀਮੈਂਟ ਦੁਨੀਆ, ਜਿਵੇਂ ਤੁਸੀਂ ਕਹੇ ਪਿਛਲੇ ਮੰਤਰੀ ਅੰਦਰ ਜਾ ਰਹੇ। ਹਾਂਜੀ ਹਾਂਜੀ। ਵੇਖੋ ਜੀ, ਹੁਣ ਅੱਗੋਂ ਕੀ ਕਹਿੰਦਾ ਜੀ, ਪੂਛ ਅਣਸਰੀ ਹੁੰਦਾ ਜਿਹੜਾ ਸਰਦਾ ਹੀ ਨਹੀਂ। ਅਣਸਰਾ ਅਸੀਂ ਕਹਿੰਦੇ ਨੇ ਵੀ ਅਣਸਰੀ ਗੱਲ ਹੈ ਜੀ, ਸਰਦੀ ਨਹੀਂ ਇਸ ਗੱਲ ਤੋਂ। ਪੂਛ ਅਣਸਰੀ ਦੀ ਪੈਸੇ ਵਾਲੀ, ਅਸੀਂ ਕਹਿੰਦੇ ਜੀ ਪੈਸਾ ਨਾ ਲਈਏ ਸਾਡਾ ਸਰਦਾ ਹੀ ਨਹੀਂ, ਸਾਡੀ ਪੂਰੀ ਨਹੀਂ ਪੈਂਦੀ ਤਨਖਾਹ ਨਾਲ।
ਔਰ ਜਿਹੜੀ ਰਿਸ਼ਵਤ ਦੀ ਪੂਛ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਪੂਛ ਅਨਸਰੀ ਦੀ ਪੂਛ ਪੈਸੇ ਵਾਲੀ ਐਵੇਂ ਗਰੀਬ ਨੂੰ ਗੋਡੇ ਥੱਲੇ ਦੱਬ ਫਿਰਦੀ ਕਿਉਂਕਿ ਜਿੱਥੇ ਉਹ ਪੁਲਿਸ ਰੱਬ ਬਣੀ ਫਿਰਦੀ ਆ ਇੱਥੇ ਜਿਹੜੀ ਇਹ ਦੋ ਪੂਛਾਂ ਨੇ ਇਹ ਨਾ ਗਰੀਬ ਹੀ ਦੱਬਿਆ ਕਦੀ ਤੁਸੀਂ ਇਹ ਸੋਚਿਆ ਜੇ ਵੀ ਬੰਦਾ ਮੰਤਰੀ ਆ ਜੀ ਉਹਨੇ ਕਿਸੇ ਨੂੰ ਰਿਸ਼ਵਤ ਦਿੱਤੀ ਆ ਹਾਂ ਜੀ ਮੰਤਰੀ ਥੋੜੀ ਦਿੰਦਾ ਜਾਂ ਬੰਦਾ ਕੋਈ ਐਸਐਚਓ ਆ ਜੀ ਉਹਨੇ ਕਿਸੇ ਨੂੰ ਰਿਸ਼ਵਤ ਦਿੱਤੀ ਰਿਸ਼ਵਤ ਦੇਣ ਨੂੰ ਮੇਰੇ ਵਰਗੇ ਤੁਹਾਡੇ ਵਰਗੇ ਨਹੀਂ ਐਸਐਚ ਨੂੰ ਦੇਣੀ ਪਈ ਹੋਊਗੀ ਬਦਲੀ ਨਹੀਂ ਕਰਾਉਣੀ ਪੈਂਦੀ ਉਹ ਤੇ ਇੱਕ ਵਾਰ ਦਿੱਤੀ ਨਾ ਉਹ ਤੇ ਉਹ ਗੱਲ ਹੋ ਗਈ ਨਾ ਵੀ ਜਾਗ ਹੀ ਲਾਈ ਆ ਮੁੜ ਕੇ ਤੇ ਫਿਰ ਮੱਖਣ ਤੇ ਮੋਟਾ ਹੀ ਕੱਢਿਆ ਨਾ ਠੀਕ ਹਾਂਜੀ ਹੁਣ ਵੇਖੋ ਜੀ ਪੂਛ ਟੌਰ ਵਾਲੀ ਪੂਛ ਚੌਧਰ ਵਾਲੀ ਤੇ ਗਲੀ ਗਲੀ ਵਿੱਚ ਲੀਡਰ ਤਿਆਰ ਕਰਤੇ ਤੇ ਪੂਛ ਲਾਲ ਸੋਭ ਤੇ ਵੇਲੜ ਪੁਣੇ ਵਾਲੀ ਅਸੀਂ ਕਹਿੰਦੇ ਸਾਡਾ ਲਾਲ ਸਾਡਾ ਹੀਰਾ ਤੇ ਵੇਲੜ ਪੁਣੇ ਵਾਲੀ ਕਿੰਨੇ ਸਾਧ ਬਾਬੇ ਸ਼ਿੰਗਾਰ ਧਰਤੇ ਪੂਛ ਡਾਲਰ ਪਾਉਂਡ ਵਿਦੇਸ਼ ਵਾਲੀ ਕਿੰਨੇ ਆਈਲੈਟਸ ਸੈਂਟਰ ਤਿਆਰ ਕਰਤੇ ਪੂਛ ਬੇਈਮਾਨੀ ਤੇ ਰਿਸ਼ਵਤਖੋਰੀ ਵਾਲੀ ਗਏ ਕੈਨੇਡਾ ਅਮਰੀਕਾ ਵੀ ਨਹੀਂ ਪਰਤੇ ਕੀ ਬਾਤ ਹੁਣ ਪੂਛਦੀਆਂ ਤੁਹਾਨੂੰ ਗੱਲਾਂ ਅੱਗੋਂ ਸਾਰੀਆਂ ਸੁਣ ਲਓ ਜੀ ਪੂਛ ਕੈਨੇਡਾ ਅਮਰੀਕਾ ਦੀ ਜਦੋਂ ਲੱਗਦੀ ਤੇ ਬੰਦਾ ਆਪਣੇ ਰੰਗ ਵਿਖਾਉਣ ਲੱਗਦਾ ਲੱਗ ਜਾਏ ਸਿਟੀਜ਼ਨ PR ਵਾਲੀ ਪੂਛ ਜਦੋਂ ਤੇ ਵਿਆਹਾਂ ਕੇਸਾਂ ਵਿੱਚ ਡਾਲਰ ਕਮਾਉਣ ਲੱਗਦਾ ਤੇ ਜੇ ਘੱਟ ਪੜ੍ਹੇ ਲਿਖੇ ਵਿਦੇਸ਼ੀ ਆ ਜਾਣ ਕਾਬੂ ਤੇ 5-7 ਡਾਲਰਾਂ ਦਾ ਕੰਮ ਕਰਾਉਣ ਲੱਗਦਾ ਤੇ ਬਲ ਲਾਲਚ ਦੀ ਪੂਛ ਸਭ ਤੋਂ ਮਾੜੀ ਤੇ ਬੰਦਾ ਆਪਣੇ ਨੂੰ ਥੁੱਕ ਲਾਉਣ ਲੱਗਦਾ ਕੀ ਬਾਤ ਬੰਦਾ ਆਪਣੇ ਨੂੰ ਥੁੱਕ ਲਾਉਣ ਲੱਗਦਾ ਇਹ ਗੱਲ ਸੱਚਾਈ ਹੈ ਤੁਹਾਡੀ ਜੀ ਇਹ ਕਈ ਵਾਰੀ ਗੱਲਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਵਿਤਾ ਰਾਹੀਂ ਬਲ ਸਾਹਿਬ ਤੇ ਮੈਂ ਥੋੜੀ ਜਿਹੀ ਉਂਝੀ ਗੱਲਬਾਤ ਰਾਹੀਂ ਉਸ ਮੁੱਦੇ ਦੇ ਉੱਤੇ ਤੁਹਾਡਾ ਧਿਆਨ ਲਿਆਉਣਾ ਚਾਹੁੰਦੇ ਹੁੰਦੇ ਆ ਜਿਹੜੇ ਤੇ ਕਈ ਵਾਰੀ ਅਸੀਂ ਧਿਆਨ ਦਿੰਦੇ ਨਹੀਂ ਪਤਾ ਸਾਨੂੰ ਸਾਰਾ ਕੁਝ ਤਾਂ ਸੁਣਦੇ ਇੱਕ ਕੰਨ ਤੋਂ ਸੁਣਦੇ ਦੂਜੇ ਕੰਨ ਤੋਂ ਕੱਢ ਦਿੰਦੇ ਉਹ ਛੱਡੋ ਜੀ ਸਾਨੂੰ ਕੀ ਲੋੜ ਹੈ ਇੱਕ ਮੈਂ ਹੋਰ ਗੱਲ ਕਰਨੀ ਜੀ ਹਾਂਜੀ ਪੰਜਾਬ ਦੇ ਵਿੱਚ ਇਹਨਾਂ ਦਿਨਾਂ 'ਚ ਐਕਸਾਈਜ਼ ਪਾਲਿਸੀ ਦੀ ਬੜੀ ਚਰਚਾ ਦਾਰੂ ਸਿੱਧੀ ਗੱਲ ਕਰਦੀ ਦਾਰੂ ਦੀ ਗੱਲ ਉਂਝ ਵੈਸੇ ਜੀ ਉਹ ਗੁਰਦਾਸ ਮਾਨ ਦਾ ਗਾਣਾ ਸੀਗਾ ਵੀ ਘਰ ਦੀ ਸ਼ਰਾਬ ਹੋਵੇ ਹਾਂਜੀ ਤੇ ਉਹ ਮੈਨੂੰ ਲੱਗਦਾ ਸੀ ਵੀ ਸ਼ਾਇਦ ਘਰ ਦੀ ਸ਼ਰਾਬ ਤਾਂ ਕਰਕੇ ਕਹਿੰਦੇ ਹੁਣ ਵੀ ਸ਼ਰਾਬ ਬਹੁਤ ਵਧੀਆ ਹੁੰਦੀ ਤੇ ਉਧਰ ਸਸਤੀ ਪੀਂਦੀ ਠੀਕ ਹੈ ਜੀ ਆਪਣਾ ਪੰਜਾਬ ਪਰ ਹਾਂਜੀ ਤੇ ਉਹ ਭਗਵੰਤ ਮਾਨ ਹੁਣ ਕਹਿੰਦੇ ਜੀ ਸ਼ਰਾਬ ਵੀ ਤੁਹਾਨੂੰ ਸ਼ੁੱਧ ਦਿਆਂਗੇ ਦੇਵਾਂਗੇ ਵੀ ਸਸਤੀ ਠੀਕ ਹੈ ਉਂਝ ਮੈਨੂੰ ਇੱਕ ਉਹ ਜਿਹੜੇ ਹੈਗੇ ਜੀ ਇੱਕ ਗੀਤਕਾਰ ਹੋਏ ਆ ਗਾਉਂਦੇ ਹੁੰਦੇ ਸੀਗੇ ਕੀ ਨਾਂ ਉਹਨਾਂ ਦਾ ਚਮਕੀਲਾ ਸਾਹਿਬ ਹਾਂਜੀ ਮੈਂ ਉਸ 'ਚ ਫੈਨ ਨਹੀਂ ਵਾਲਾ ਇਹੋ ਜਿਹੇ ਗੀਤ ਸੁਣਨ ਦਾ ਤੇ ਉਂਝ ਮੈਂ ਨੋਟ ਕਰਕੇ ਲਿਆ ਉਹ ਕਹਿੰਦੇ ਜੀ ਠੇਕੇ ਤੇ ਪਾ ਲੈਣਾ ਘਰ ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਨਹੀਂ ਉਹ ਨਾਲ ਬੜੀ ਜਿਹੜੀ ਗਾਉਣ ਵਾਲੀ ਉਹਨੂੰ ਕਹਿੰਦਾ ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਨਹੀਂ ਇਹ ਹੁਣ ਜਿਹੜਾ ਉਹਨਾਂ ਨੇ ਕਿਹਾ ਜੇ ਅੱਧੀ ਰਾਤ ਤੱਕ ਠੇਕੇ ਖੁੱਲੇ ਰਹਿਣਗੇ 12 ਵਜੇ ਤੱਕ ਟਾਈਮ ਦਿੱਤਾ ਜੀ ਉਹਨਾਂ ਨੇ ਵੀ 12 ਵਜੇ ਤੱਕ ਠੇਕੇ ਤੇ ਜਦੋਂ ਮਰਜ਼ੀ ਜਾਓ ਤੇ ਬੋਤਲ ਡੱਬ 'ਚ ਰੱਖ ਲਿਆਓ ਇਹ ਕੀ ਹੈ ਜੀ ਇਹ ਸਾਰਾ ਕੁਝ ਇੱਕ ਬੰਨੇ ਕਹਿੰਦੇ ਜੀ ਪੰਜਾਬ ਜਿਹੜਾ ਉਹ ਨਸ਼ਿਆਂ ਦੇ ਵਿੱਚ ਗਲਤਾਨ ਹੋਇਆ ਪਿਆ ਜਵਾਨੀ ਜਿਹੜੀ ਰੁੜ ਗਈ ਹੈ ਹੋਰ ਬੜਾ ਸਾਰੇ ਮਸਲੇ ਸੀਗੇ ਭਗਵੰਤ ਮਾਨ ਦੇ ਏਜੰਡੇ ਦੇ ਵਿੱਚ ਅਸੀਂ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਹੋਰ ਤਾਂ ਕੁਝ ਕੀਤਾ ਨਹੀਂ ਕੀਤਾ ਜਿਹੜੇ ਪਿਆਕੜ ਸੀ ਉਹ ਵਧਾਈਆਂ ਦੇਣ ਲੱਗ ਪਏ ਉਹ ਥੈਂਕਸ ਕਰਨ ਲੱਗ ਪਏ ਉਹ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਸਾਡੇ ਪਿੰਡ ਆਓ ਤੁਹਾਨੂੰ ਸਰੋਪਾ ਦੇਣਾ ਸਾਡੇ ਪਿੰਡ ਆਓ ਤੁਹਾਡਾ ਅਸੀਂ ਧੰਨਵਾਦ ਕਰਨਾ ਇਹ ਕੀ ਚੱਕਰ ਹੈ ਜੀ ਸਾਰਾ ਅਸਲ ਭਾਜੀ ਪਤਾ ਕੀ ਚੀਜ਼ ਹੁੰਦੀ ਆ ਬੰਦੇ ਦੀਆਂ ਜਿਵੇਂ ਅਸੀਂ ਕਹਿੰਦੇ ਕਿ ਕਈ ਵਾਰ ਬੰਦਾ ਸੋਚਦਾ ਕੁਝ ਹੋ ਰਿਹਾ ਹੋ ਜਾਂਦਾ ਅਸੀਂ ਕਹਿੰਦੇ ਨਾ ਉਹ ਬੰਦਾ ਘਰੋਂ ਗਿਆ ਸੀ ਆਹ ਕਰਨ ਜੇ ਲੇਕਿਨ ਰਸਤੇ 'ਚ ਆਹ ਚੀਜ਼ ਹੋ ਗਈ ਸੇਮ ਚੀਜ਼ ਸਰਕਾਰ ਦੀ ਬੰਦੇ ਦੀ ਹਿਸਟਰੀ ਇੱਕੋ ਹੀ ਆ ਕਿਉਂਕਿ ਜਦੋਂ ਸਰਕਾਰਾਂ ਬਣਦੀਆਂ ਆ ਇਹ ਸੋਚਦੇ ਅਸੀਂ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਲਾਰੇ ਲਾਉਂਦੇ ਲੋਕਾਂ ਨੂੰ ਲਾਰੇ ਵੀ ਤੇ ਉਹ ਕੀ ਕਹਿੰਦੇ ਆਪਣੀ ਉਹ ਵਿਖਾਉਣ ਲਈ ਚਲੋ ਉਂਝ ਵੈਸੇ ਤਾਂ ਚੰਗੀ ਗੱਲ ਹੈ ਸਿਆਣੇ ਬੰਦੇ ਕਹਿੰਦੇ ਹੁੰਦੇ ਜੀ ਸਰਕਾਰ ਦਾ ਮੈਨੀਫੈਸਟੋ ਆ ਸਰਕਾਰ ਨੇ ਆਹ ਕੰਮ ਕਰਨਾ ਉਹ ਮੈਨੀਫੈਸਟੋ ਹੁੰਦਾ ਕਿ ਅਸੀਂ ਯਾਰ ਇੱਕ ਪਹਿਲੇ ਨੰਬਰ ਤੇ ਆਹ ਕੰਮ ਕਰਾਂਗੇ ਦੂਜੇ ਤੇ ਅਗਰ 25-30 ਕੰਮਾਂ ਦੀ ਲਿਸਟ ਹੁੰਦੀ ਉਦਾਂ ਕੈਪਟਨ ਅਮਰਿੰਦਰ ਸਿੰਘ ਨੇ 80 ਕੰਮਾਂ ਦੀ ਲਿਸਟ ਬਣਾਈ ਸੀ ਤੇ ਉਹਨੇ ਕਹਿਤਾ ਸੀ 80 ਚੋਂ 80% ਤੇ ਮੈਂ ਕਰ ਹੀ ਦਿੱਤੇ ਹੈਗੇ ਨਹੀਂ ਉਹ ਪੈਸੇ ਉਹ ਭੁਲੇਖਾ ਲੱਗ ਗਿਆ 80 ਸਾਲ ਉਹਨਾਂ ਦੀ ਉਮਰ ਹੋਈ ਸੀ ਅੱਛਾ ਉਹ ਲੋਕੀ ਤਾਂ 87-88 ਕਹੀ ਜਾਂਦੇ ਆ ਉਹ ਕਹਿੰਦੇ 8 ਕੰਮ ਨਾ ਘਟ ਗਏ ਕਿਉਂਕਿ ਉਹਨਾਂ ਨੇ ਉਮਰ ਦਾ ਹਿਸਾਬ ਲਾਇਆ ਵੀ ਇੰਨੇ ਲੰਘ ਗਏ ਆ ਤੇ ਇੰਨੇ ਹੀ ਕੰਮ ਗਿਣ ਦਿਓ ਮੈਂ ਕਹਿੰਦਾ ਸ਼ੁਕਰ ਹੈ ਬਾਦਲ ਸਾਹਿਬ ਨਹੀਂ ਤੇ ਉਹਨਾਂ 97 ਕੰਮਾਂ ਦੀ ਲਿਸਟ ਬਣਾਉਣੀ ਹਾਂ ਇਹਨਾਂ ਨੂੰ 97 ਦੀ ਬਣਾਉਣੀ ਚਾਹੀਦੀ ਸੀ ਫਿਰ
ਠੀਕ ਹੈ, ਪਰ ਉਹਨੂੰ ਚਲੋ ਹੁਣ ਮੌਕਾ ਹਾਂਜੀ। ਨਹੀਂ ਮਿਲਣਾ ਜਿਸ ਤਰ੍ਹਾਂ ਮਿਲਣਾ, ਨਾ 80 ਵਾਲਿਆਂ ਨੂੰ ਮਿਲਣਾ ਨਾ 97 ਵਾਲਿਆਂ ਨੂੰ ਮਿਲਣਾ, ਬਹੁਤ ਦੂਰ ਚਲੇ ਗਏ ਹੁਣ। ਹਾਂਜੀ ਹਾਂਜੀ ਹੁਣ ਭਗਵੰਤ ਮਾਨ ਨੇ ਜਿਹੜਾ ਕੀਤਾ ਜੀ ਕੰਮ, ਹਾਂਜੀ ਹਾਂਜੀ ਇਹਦੇ ਤੇ ਮੈਂ ਟਿੱਪਣੀ ਤੁਹਾਡੀ ਚਾਹੁੰਦਾ ਕਿ ਇਹ ਜਿਹੜੀ ਦਾਰੂ ਸਸਤੀ, ਉਂਝ ਉਹ ਕਹਿੰਦੇ ਕਿ ਜੀ ਸ਼ੁੱਧ ਮਿਲੂਗੀ, ਤੇ ਮਿਲੂ ਵੀ ਤੁਹਾਨੂੰ ਜਦੋਂ ਮਰਜ਼ੀ ਚੱਲ ਜਾਓ। ਸਭ ਤੋਂ ਵੱਡੀ ਪਤਾ ਕੀ ਗੱਲ ਹੁੰਦੀ ਜੇ, ਮੈਂ ਜਿਹੜੀ ਤੁਹਾਡੇ ਨਾਲ ਹੁਣ ਗੱਲ ਕਰਨ ਲੱਗਾ ਸਾਂਝੀ, ਕਿ ਅੱਗੇ ਵੀ ਸ਼ਾਇਦ ਮੈਂ ਕਿਤੇ ਗੱਲ ਕੀਤੀ ਹੋਏ ਕਿ ਪਹਿਲਾਂ ਸਰਕਾਰਾਂ ਸੋਚਦੀਆਂ ਸੀ ਇਨਸਾਨੀਅਤ ਬਾਰੇ, ਇਨਸਾਨਾਂ ਬਾਰੇ। ਹੁਣ ਨਰੋਲ ਤੇ ਨਰੋਲ ਵੋਟਾਂ ਬਾਰੇ। ਹੁਣ ਤੁਸੀਂ ਭਾਜੀ ਅੰਦਾਜ਼ਾ ਲਾਓ, ਮੇਰੇ ਵਰਗੇ ਜਿਹੜੇ ਨਾ ਦਾਰੂ ਪੀਣ ਵਾਲੇ ਕਿੰਨੇ ਪਰਸੈਂਟ ਨੇ? 5 10 ਕਿੱਥੇ 20%? ਨਹੀਂ ਜੀ, ਹੁਣ ਤੁਸੀਂ ਉੱਪਰੋਂ ਸ਼ੁਰੂ ਕਰੋ ਫੇਰ ਮੈਂ ਦੱਸੂ। ਨਹੀਂ, ਰਫ ਜਿਹਾ ਦੱਸੋ ਮੈਨੂੰ ਕਿੰਨੇ ਪਰਸੈਂਟ ਨੇ? ਮੈਨੂੰ ਤਾਂ ਲੱਗਦਾ 70-80% ਹੀ ਹੋਣਾ ਹੈ ਦਾਰੂ ਨਾ ਪੀਣ ਵਾਲੇ। ਨਹੀਂ, ਪੀਣ ਵਾਲੇ, ਮੈਂ ਪੀਣ ਵਾਲੇ ਦੀ ਗੱਲ ਕਰਦਾ। ਅੱਛਾ, ਪੀਣ ਵਾਲੇ। ਹੁਣ ਤੁਸੀਂ ਹਿਸਾਬ ਲਾਓ ਵੀ ਅਗਲਾ 70% ਬਾਰੇ ਸੋਚੇ ਕਿ ਸਾਡੇ ਵਰਗੇ 25-30% ਸੋਚੇ। 70-80 ਵਾਲੇ ਜਿਹੜੇ ਆ ਜੀ ਉਹ ਪੀਂਦੇ ਆ, ਤੇ 10-20% ਨਹੀਂ ਪੀਂਦੇ ਹੋਣਗੇ। ਹੁਣ ਫਿਕਰ ਤਾਂ ਉਹਨੂੰ ਵੈਸੇ ਉਹਨਾਂ ਦਾ ਜੇ ਜਿੱਧਰ ਮੈਜੋਰਿਟੀ ਹੈਗੀ। ਬਸ ਉਹੀ ਫਿਕਰ ਹੈ ਨਾ। ਅਸੀਂ ਕਿਹੜੀ ਮੱਝ ਨੂੰ ਸਭ ਤੋਂ ਜ਼ਿਆਦਾ ਪੱਠੇ ਪਾਉਨੇ ਆ? ਦੁੱਧ ਜ਼ਿਆਦਾ ਜਿਹੜੀ ਦੇਵੇ, ਦੁੱਧ ਜ਼ਿਆਦਾ ਦਵੇ, ਜਿਹੜੀ ਸੱਜਰੀ ਸੂਈ ਹੋਵੇ। ਤੇ ਜਿੰਨੇ ਪਤਾ ਵੀ ਇਹਨੇ ਰਾਤ ਨੂੰ, ਜਿਹੜੇ ਮੇਰੇ ਕੀ ਰਾਤ ਨੂੰ 2 ਲੱਤਾਂ ਮਾਰਨੀਆਂ ਤੇ ਅੱਧਾ ਕਿਲੋ ਦੁੱਧ ਦੇਣਾ, ਉਹਨੂੰ ਤਾਂ ਇਹਨੂੰ ਪਾ ਦੇ ਤੂੜੀ, ਇਹਨੇ ਕਿਹੜਾ ਕੁਝ ਦੇਣਾ, ਇਹਨੂੰ ਵੀ ਪਿਲਾ ਦਿਓ ਪਾਣੀ। ਤੇ ਫਿਰ ਉਹਦਾ ਬਾਰੇ ਸੋਚਿਆ। ਜਿਹੜਾ ਮੈਂ ਉਹੀ ਤੁਹਾਨੂੰ ਗੱਲ ਕਰ ਲੱਗਾ ਵੀ ਪਹਿਲਾਂ ਜਿਹੜਾ ਕੰਮ ਸੀ ਨਾ ਜੀ, ਅਸੀਂ ਕਦੀ ਕਹਿੰਦੇ ਹੁੰਦੇ ਹਾਂ ਕਿ ਉਹ ਭਿੱਜੀਆਂ ਸੁਚੱਜੀਆਂ ਤੇ ਨਿੱਘੀਆਂ ਰੂਹਾਂ ਕਿੱਥੇ ਗਈਆਂ। ਭਿੱਜੀਆਂ ਸੁਚੱਜੀਆਂ ਤੇ ਨਿੱਘੀਆਂ, ਤਿੰਨੇ ਵੇਖੋ ਉਹ ਚੀਜ਼ਾਂ ਬੜੀ, ਸ਼ਾਇਦ ਕਈ ਆਉਣ ਵਾਲੇ ਬੱਚਿਆਂ ਨੂੰ ਨਾਮ ਨਹੀਂ ਸਮਝ ਲੱਗੇ। ਤਿੰਨੇ ਵੱਖ ਚੀਜ਼ਾਂ ਨੇ। ਭਿੱਜੀ ਹੁੰਦੀ ਜਿਹੜੀ ਐ ਉਸ ਰਲੀ ਮਿਲੀ ਹੋਵੇ, ਤੇ ਸੁਚੱਜੀ ਤੇ ਨਿੱਘੀ ਜਿਹਨੂੰ ਇਹ ਕਹਿੰਦੇ ਠੰਡੇ ਸੁਭਾਅ ਦੀਆਂ ਰੂਹਾਂ ਕਿੱਥੇ ਗਈਆਂ। ਉਹ ਹਾਸੇ ਮਸ਼ਕਰੀਆਂ ਤੇ ਪਿੰਡਾਂ ਦੀਆਂ ਜੂਹਾਂ ਕਿੱਥੇ ਗਈਆਂ। ਕਿਉਂਕਿ ਹੁਣ ਤੇ ਉਹ ਮੇਰੀ ਇੱਕ ਕਵਿਤਾ ਵੀ ਸੀ ਕਿ ਸ਼ਹਿਰ ਮੱਲ ਰਹੇ ਆਟੋ ਰੇਹੜੀਆਂ ਨੇ, ਤੇ ਪਿੰਡ ਮੱਲ ਲਏ ਫੈਕਟਰੀਆਂ, ਪਿੰਡ ਮੱਲ ਲਏ ਆਪਣਾ ਇੰਡਸਟਰੀ ਫੈਕਟਰੀਆਂ ਨੇ। ਬਿਲਕੁਲ, ਕੁਝ ਇੰਡਸਟਰੀ ਦੂਜੀ ਲੱਗ ਗਈ, ਕੁਝ ਬਾਕੀ ਜਿਹੜੀ ਛੋਟੀਆਂ ਮੋਟੀਆਂ ਫੈਕਟਰੀਆਂ ਉਹਨਾਂ ਦੇ ਮਾਲੇ। ਹੁਣ ਵੇਖੋ ਜੀ, ਪਹਿਲਾਂ ਹਰ ਜਿਹੜਾ ਲੀਡਰ ਹੁੰਦਾ ਸੀ ਨਾ, ਉਹਦਾ ਧਿਆਨ ਹੁੰਦਾ ਸੀਗਾ ਵੀ ਉਹ ਜਾਓ ਜਿੱਥੇ ਉਹਦਾ ਕੋਈ ਵਧੀਆ ਤਰੀਕੇ ਦਾ ਕੰਮ ਹੁੰਦਾ। ਵੇਖੋ ਜੀ, ਗਲੀਆਂ ਤੇ ਦਰਖਤਾਂ ਥੱਲੇ ਰਲ ਕੇ ਬਹਿਣਾ ਕਿੱਥੇ ਗਿਆ, ਬਿਨਾਂ ਏਸੀ ਕੂਲਰ ਜ਼ਮੀਨ ਤੇ ਸੁੱਤੇ ਰਹਿਣਾ ਕਿੱਥੇ ਗਿਆ। ਇਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਸੀ ਉਹ ਛੱਡ ਆਏ। ਹੁਣ ਤੁਸੀਂ ਅੱਜ ਕੱਲ੍ਹ ਦੇ ਵਾਲੇ ਪਾਸੇ ਆਈ, ਜਿਹੜੇ ਤੁਸੀਂ ਕਹਿੰਦੇ ਹੁਣ ਮਾਡਰਨ, ਕਿਉਂ ਦਾਰੂ ਦੀ ਪਾਲਿਸੀ ਬਣੀ, ਕਿਉਂ ਸਾਰਾ, ਕਿਉਂਕਿ ਹੁਣ ਉਹ ਨਹੀਂ ਰਹਿ ਗਈ ਵੀ ਉਹ ਲੋਕੀ ਘਰਾਂ 'ਚ ਰਹਿੰਦੇ ਆ ਜੀ, ਉਹਨਾਂ ਲੋਕਾਂ ਦੀ ਬਿਜਲੀ ਆਵੇ, ਬਿਜਲੀ ਤੱਕ ਲੋੜ ਆ ਜੀ, ਜਾਂ ਸਾਡੇ ਬੱਚਿਆਂ ਨੂੰ ਪੜ੍ਹਨ ਤੱਕ ਲੋੜ ਆ ਜੀ। ਜੇ ਲੋਕਾਂ ਨੂੰ ਪਾਣੀ ਦੀ ਲੋੜ ਸੀ, ਉਦੋਂ ਪਾਣੀ ਅੱਜ ਨੂੰ ਪਿਊਰੀਫਾਇਰ ਨਹੀਂ ਲਾਉਣੇ ਪੈਂਦੇ, ਆਮ ਹੀ ਸਾਫ਼ ਹੁੰਦਾ ਜੀ। ਨਲਕਿਆਂ ਤੋਂ ਉੱਥੋਂ ਤੱਕ ਲੋੜਾਂ ਸੀਮਤ ਸੀਗੇ, ਲੋਕੀ ਮੋੜਾਂ ਦੇ ਨਲਕੇ ਲਾਉਂਦੇ ਸੀਗੇ। ਉਹਦੀ ਜਗ੍ਹਾ ਤੇ ਹੁਣ ਅੱਜ ਕੱਲ੍ਹ ਕੀ ਹੋ ਗਿਆ ਜੀ, ਵੇਖੋ ਹੁਣ ਵੇਖੋ ਜੀ, ਹੁਣ ਹੋ ਗਿਆ ਉਹ ਚਾਹ ਦੀ ਚਾਹ। ਕਿਉਂਕਿ ਪਿੱਛੇ ਲੋਕਾਂ ਦੇ ਮੈਕਸਿਮਮ ਲੋਕੀ ਚਾਹ ਪੀਂਦੇ ਸੀ। ਕਹਿੰਦੇ ਕਿ ਪੰਜਾਬੀਆਂ ਦੇ ਵਿੱਚ 90 ਤੋਂ ਲੈ ਕੇ 95%, ਕਿਉਂਕਿ 5-7% ਜਿਵੇਂ ਕੂਕੇ ਚਾਹ ਨਹੀਂ ਪੀਂਦੇ। ਤੇ ਸਾਡੀ ਕਈ ਵਾਰ ਮਾਤਾ ਕਹਿ ਦਿੰਦੇ ਹੁੰਦੀ ਕੂਕੇ ਦੀ ਦਾੜੀ ਫੂਕੇ ਗੜਵੀ ਨਾ ਦਿੰਦੇ ਨਹਾਉਣ ਨੂੰ, ਵੀ ਉਹ ਜੂਠਾ ਭਾਂਡਾ ਨਹੀਂ ਵਰਤਦੇ, ਚਾਹ ਨਹੀਂ ਸੀ ਪੀਂਦੇ। ਇੱਕ ਉਹ ਹੋ ਗਏ, ਇੱਕ ਕੁਝ ਇਹੋ ਜਿਹੇ ਅਮਰਧਾਰੀ ਜਿਹੜੇ ਦੁੱਧਾਧਾਰੀ ਬਾਬੇ ਸੀ ਜਾਂ ਦੂਜੇ, ਉਹ ਤਾਂ ਚਾਹ ਨਹੀਂ ਪੀਂਦੇ। ਹੁਣ ਅੱਜ ਉਦੋਂ ਇਹ ਸੀ ਕਿ ਉਹ ਚਾਹ ਦੀ ਚਾਹ, ਵੇਲ ਗੱਪਾਂ ਤੇ ਹਾਸੇ ਕਿੱਥੇ ਗਏ, ਚੁਣਵੇਂ ਲੱਡੂ ਬੂੰਦੀ ਭਾਜੀ ਸ਼ੱਕਰ ਪਾਰੇ ਤੇ ਪਤਾਸੇ ਕਿੱਥੇ ਗਏ। ਜਿੱਥੇ ਇੰਨੀਆਂ ਚੀਜ਼ਾਂ ਮੁੱਕ ਗਈਆਂ, ਉੱਥੇ ਇੱਕੋ ਚੀਜ਼ ਆ ਗਈ। ਉਹ ਕਹਿੰਦੇ ਜਿੱਥੇ ਹਰ ਚੀਜ਼ ਤੇ ਮੂਡ ਦਿਸਦਾ ਖਰਾਬ, ਤੇ ਖੋਲ ਲਓ ਬੋਤਲ ਤੇ ਲਾ ਲਓ 2 ਪੈਗ ਸ਼ਰਾਬ। ਕੀ ਬਾਤ। ਕਿਉਂਕਿ ਹੁਣ ਸ਼ਰਾਬ ਹਰ ਜਗ੍ਹਾ ਤੇ ਪ੍ਰਧਾਨ ਹੋ ਗਈ। ਪੈਲਸਾਂ 'ਚ ਸ਼ਰਾਬ, ਕਿਸੇ ਦਾ ਵਿਆਹ ਹੋਵੇ ਸ਼ਰਾਬ, ਕਿਸੇ ਦੇ ਬੱਚੇ ਦਾ ਜਨਮ ਦਿਨ ਹੋਵੇ ਸ਼ਰਾਬ, ਸਾਡੀਆਂ ਬਜ਼ੁਰਗ ਮਾਤਾਵਾਂ ਆਪਣੇ ਬਾਬਿਆਂ ਦੇ ਭੋਗਾਂ ਤੇ ਉੱਥੇ ਵੀ ਸ਼ਰਾਬ ਸ਼ੁਰੂ। ਬਿਲਕੁਲ। ਹੁਣ ਤੁਸੀਂ ਇਹ ਸੋਚੋ ਕਿ ਜੰਮਣ ਤੋਂ ਲੈ ਕੇ ਮਰਨ ਤੱਕ ਸ਼ਰਾਬ ਹੀ ਸ਼ਰਾਬ। ਤੇ ਹੁਣ ਤੁਸੀਂ ਇਹ ਸੋਚੋ ਵੀ ਹੁਣ ਭਗਵੰਤ ਮਾਨ ਉਹਨਾਂ ਬਾਰੇ ਸੋਚਣ, ਪਾਲਿਸੀ ਕਿਉਂ ਨਾ ਬਣੇ ਇੱਥੇ। ਬਿਲਕੁਲ ਤੁਹਾਡੀ ਗੱਲ ਠੀਕ ਆ, ਬਣੇ ਕਿਉਂ ਨਾ। ਤੇ ਇੱਕ ਹੋਰ ਸੀ ਕਿ ਸਿਆਣੇ ਆਂਦੇ ਜਿਹੜੇ ਪਾਸਿਓਂ ਨੋਟ ਤੇ ਵੋਟ ਆਵੇ, ਤੇ ਉਸ ਪਾਸੇ ਨੂੰ ਕਿਉਂ ਨਾ ਕੋਰਟ ਜਾਵੇ। ਫਿਰ ਕੋਰਟ ਤੇ ਉਸੇ ਪਾਸੇ ਨੂੰ ਜਾਣੀ ਹੈ ਨਾ। ਪਹਿਲੀ ਸਰਕਾਰ ਨੇ ਜੀ ਸ਼ਰਾਬ ਦੀ ਬੋਤਲ ਤੇ ਸੈਸ ਲਾਤਾ ਸੀ ਇੱਕ। ਕਿਹੜਾ ਸੈਸ? ਐਜੂਕੇਸ਼ਨ ਸੈਸ। ਪੜ੍ਹਾਈ। ਉਹ ਕਹਿੰਦੇ ਜੀ ਐਜੂਕੇਸ਼ਨ ਨੂੰ ਅਸੀਂ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਤੇ ਉਹਦੇ ਵਾਸਤੇ ਸ਼ਰਾਬ ਦੀ ਬੋਤਲ ਉੱਤੇ ਸੈਸ ਲਾਉਣਾ ਪੈ ਗਿਆ। ਜਾਣੀ ਉਹ ਫਿਰ ਲੋਕੀ ਕਹਿੰਦੇ ਵੀ ਚੰਗਾ ਵੀ ਐਜੂਕੇਸ਼ਨ ਸਿਸਟਮ ਜੋ ਸਟਰੋਂਗ ਕਰਨਾ, ਵੱਧ ਤੋਂ ਵੱਧ ਦਾਰੂ ਪੀਣੀ ਚਾਹੀਦੀ। ਬਿਲਕੁਲ ਜੀ। ਹੁਣ ਬੜੇ ਮੀਮ ਵੀ ਬਣੇ ਸੀ। ਇੱਕ ਬੰਦੇ ਨੇ ਇਹ ਕਿਹਾ ਸੀ
ਕਿ ਪੈਗ ਲਾਉਣ ਲੱਗਾ ਤੁਸੀਂ ਜਨਾਨੀ ਕਹਿੰਦੀ ਵੀ ਬਸ ਦੂਜਾ ਨਹੀਂ ਲਾਉਣਾ। ਕਹਿੰਦਾ ਪਾਗਲ ਹੋਈ ਆ, ਗਵਰਨਮੈਂਟ ਥੋੜਾ ਕੰਗਾਲ ਕਰ ਦੇਣੀ ਹੁਣ ਤੇਰੇ ਕਹਿਣ ਤੇ। ਹਾਂ ਬਿਲਕੁਲ ਦੂਜਾ ਪੈਗ ਨਹੀਂ ਲਾਉਣਾ ਗਵਰਨਮੈਂਟ ਦੀਆਂ ਚੂੜਾਂ ਹੀ ਹਿੱਲ ਗਈਆਂ ਤੇ ਫਿਰ ਪ੍ਰਬੰਧ ਕਿੱਦਾਂ ਚੱਲਣਗੇ? ਪ੍ਰਬੰਧ ਕਿਸ ਤਰ੍ਹਾਂ ਕਰਨਾ ਜੀ? ਇਹਦੇ ਬਦਲੇ ਸਾਡੇ ਹੁਣ ਪਬਲਿਕ ਨੂੰ ਰੌਲਾ ਪਾਉਣਾ ਚਾਹੀਦਾ ਵੀ ਜਿਵੇਂ ਹੁਣ ਲੋਕਾਂ ਨੇ ਕਿਹਾ ਵੀ ਤੁਸੀਂ ਦਾਰੂ ਸਸਤੀ ਕਰਨ ਦੀ ਬਜਾਏ ਤੁਸੀਂ ਇਸ ਤਰ੍ਹਾਂ ਕਰੋ, ਕਿਸੇ ਤਰੀਕੇ ਨਾਲ ਇਹਦੀ ਦਾਰੂ ਦੀ ਬਜਾਏ, ਮਤਲਬ ਦਾਰੂ ਚਲੋ ਮਹਿੰਗੀ ਰਹਿਣ ਦਿਓ, ਤੇ ਜੋ ਲਾਉਣਾ ਜੋ ਤੁਸੀਂ ਆਪਣੇ ਸਕੀਮਾਂ ਕਰਨੀ ਕਾਰਪੋਰੇਸ਼ਨ ਨੇ ਕਰਨੀ, ਕਿਸੇ ਨਾ ਕਿਸੇ ਤਰੀਕੇ ਪਾਏ ਜਿਹੜਾ ਬੀਬੀਆਂ ਦਾ ਕਿਰਾਇਆ ਉਹ ਵੀ ਚਾਹੇ ਬੰਦ ਕਰ ਦਿਓ, ਲੇਕਿਨ ਟਿਕਟ ਸਸਤੀ ਕਰ ਦਿਓ ਬੱਸਾਂ ਦੀ, ਕਿਉਂਕਿ ਗਰੀਬ ਬੰਦਾ ਬੱਸ ਤੇ ਚੜ੍ਹਦਾ, ਅਮੀਰ ਬੱਸ ਤੇ ਨਹੀਂ ਜੇ ਚੜ੍ਹਦਾ। ਇੱਕ ਤੇ ਉਹ ਸਸਤੀ ਕਰ ਦਿਓ ਜੇ ਕਰਨੀ ਹੈ, ਜਿਹੜੀ ਚੀਜ਼ ਸਸਤੀ ਹੈ। ਇੱਕ ਕੋਸ਼ਿਸ਼ ਕਰੋ ਕਿ ਜਿਹੜੇ ਸਕੂਲਾਂ ਦੀ, ਸਰਕਾਰੀ ਸਕੂਲਾਂ ਦੀ, ਉਹ ਜਿਹੜੀ ਫੀਸ ਆ, ਜਿਹੜੇ ਜਿਵੇਂ ਹੁਣ ਅਸੀਂ ਕਹਿੰਦੇ ਆ ਜਿਹਨਾਂ ਵਿੱਚ, ਚਲੋ ਮੈਂ ਇਸ ਕੈਟਾਗਰੀ 'ਤੇ ਬਿਲੀਵ ਨਹੀਂ ਕਰਦਾ, ਜਿਹੜੇ ਗਰੀਬ ਨੇ, ਚਾਹੇ ਉਹ SC ਆ, ਚਾਹੇ ਉਹ ਜਨਰਲ ਆ, ਚਾਹੇ ਉਹ ST ਆ, ਚਾਹੇ ਕੋਈ ਜਿਹੜਾ ਗਰੀਬ ਆ, ਇਕਨੋਮਿਕਲੀ ਗਰੀਬ ਆ, ਇਹ ਨਹੀਂ ਵੀ ਆਪ ਡਾਕਟਰ ਆ, ਮਿਸਿਸ ਜੀ ਵੀ ਡਾਕਟਰ ਆ ਤੇ ਆਪ SC ਆ ਜੀ ਉਹਦੀ ਫੀਸ ਮਾਫ ਹੋ ਜਾਣੀ। ਜਿਹੜੇ ਇਕਨੋਮਿਕਲੀ ਗਰੀਬ ਉਹਨਾਂ ਦੀ ਸਰਕਾਰੀ ਸਕੂਲਾਂ 'ਚ ਫੀਸਾਂ ਫੂਸਾਂ ਕਿੱਥੇ ਹੁੰਦੀਆਂ? ਚੰਦਾ ਹੁੰਦਾ ਉਹਨੂੰ ਕਹਿੰਦੇ। ਗੱਲ ਤਾਂ ਹੈ ਕਿ ਐਜੂਕੇਸ਼ਨ ਫ੍ਰੀ ਹੋਵੇ ਤੇ ਜਿਹੜੇ ਆ ਵੱਡੇ ਵੱਡੇ ਘਰਾਣੇ ਯੂਨੀਵਰਸਿਟੀਆਂ ਬਣਾਈ ਬੈਠੇ ਆ, ਵੱਡੇ ਕਾਲਜ ਬਣਾਈ ਬੈਠੇ, ਇਹਨਾਂ ਦੇ ਚੁੰਗਲ ਚੋਂ ਐਜੂਕੇਸ਼ਨ ਨੂੰ ਬਾਹਰ ਕੱਢਿਆ ਜਾਵੇ। ਇਹਦੀ ਹੈਲਥ ਦੀ ਗੱਲ ਹੈ, ਪਰ ਇਹ ਮੈਨੂੰ ਲੱਗਦਾ ਕਿ ਸਾਡਾ ਨਾ ਐਵੇਂ ਹੇਰਵਾ ਜਾਈਆ ਮਨ 'ਚ ਕਿ ਇੱਦਾਂ ਹੋਵੇ ਹੋਣਾ ਕੱਖ ਨਹੀਂ। ਹੁਣ ਤੁਹਾਡੀ ਗੱਲ ਕੱਟੀ ਜਾਣੀ ਹੈ, ਤੁਸੀਂ ਕਹਿੰਦੇ ਕਿ ਐਜੂਕੇਸ਼ਨ ਇਹ ਸਾਰਾ ਕੁਝ ਫ੍ਰੀ ਕਰਦੀ। ਹੁਣ ਜਿਹਦੀ ਉੱਥੇ ਯੂਨੀਵਰਸਿਟੀ ਐਡੀ ਵੱਡੀ, ਉਹਨੂੰ ਤਾਂ ਚੁੱਕਿਆ ਰਾਜ ਸਭਾ 'ਚ ਭੇਜਤਾ, ਰਾਜ ਸਭਾ 'ਚ ਉਹ ਕਿਸ ਤਰ੍ਹਾਂ ਸਸਤੀ ਕਰ ਦੂਗਾ ਤੁਹਾਨੂੰ ਐਜੂਕੇਸ਼ਨ? ਸਸਤੀ ਬਿਜਲੀ ਦੀ ਮੈਂ ਗੱਲ ਵੀ ਕਰਨੀ ਚਾਹੁੰਦਾ ਕਿ ਬਿਜਲੀ ਬਾਰੇ ਹੁੰਦਾ ਸੀ ਵੀ ਇੰਨੇ ਯੂਨਿਟ ਫ੍ਰੀ ਆ ਤੇ ਇਹਦੀ ਸਸਤੀ ਮਹਿੰਗੀ ਕਰਨੀ। ਇੱਕ ਮੇਰੇ ਕੋਲ ਫਿਗਰ ਹੈ ਬੜੀ ਛੋਟੀ ਜੀ, ਭਾਰਤ ਦੇ ਰਾਸ਼ਟਰਪਤੀ ਦੀ ਜਦੋਂ ਗੱਲ ਚੱਲਦੀ ਤੇ ਉਹ ਇੱਕ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਵੇਂ ਰਾਸ਼ਟਰਪਤੀ ਮਿਲ ਰਹੇ ਭਾਰਤ ਨੂੰ। ਜਿਹੜੇ ਹੁਣ ਵਾਲੇ ਰਾਸ਼ਟਰਪਤੀ ਸਾਹਿਬ ਆ ਉਹ ਅੱਜ ਕੱਲ ਠੰਡੀਆਂ ਥਾਵਾਂ ਤੇ ਘੁੰਮਣ ਫਿਰਨ ਗਏ ਹੋਏ ਆ ਹਿਮਾਚਲ ਵਿੱਚ, ਉਹਨਾਂ ਨੇ ਥੋੜੇ ਦਿਨਾਂ ਨੂੰ ਮੁੜ ਆਉਣਾ ਵਾ ਤੇ ਫਿਰ ਅਗਲੇ ਮਹੀਨੇ ਚੋਣ ਹੋਣੀ ਹੈ। ਚੋਣ ਤੋਂ ਪਹਿਲਾਂ ਜਿਹੜਾ ਵਾ ਉਹ ਰਾਜ ਸਭਾ ਦੀਆਂ ਮੈਂਬਰਾਂ ਦੀਆਂ ਵੋਟਾਂ ਪਈਆਂ, ਕੁਝ ਘਟ ਗਿਆ, ਕੋਈ ਵੱਧ ਗਿਆ, ਕੋਈ ਜਿੱਤ ਗਿਆ, ਕੋਈ ਹਾਰ ਗਿਆ। ਮੈਂ ਉਹ ਗੱਲ ਨਹੀਂ ਕਰਨ ਲੱਗਾ, ਮੈਂ ਰਾਸ਼ਟਰਪਤੀ ਨਾਲ ਜੋੜ ਕੇ ਗੱਲ ਕਰਨੀ ਚਾਹੁੰਦਾ। ਰਾਸ਼ਟਰਪਤੀ ਸਾਹਿਬ ਦਾ ਜਿਹੜਾ ਘਰ ਹੈ ਜੀ, ਜਿਹਨੂੰ ਰਾਸ਼ਟਰਪਤੀ ਭਵਨ ਕਹਿੰਦੇ, ਉਂਝ ਹੀ ਵੈਸੇ ਸੈਂਕੜੇ ਏਕੜਾਂ ਦੇ ਵਿੱਚ ਹੈਗਾ ਉਹ ਫੈਲਿਆ ਹੋਇਆ। ਮੈਨੂੰ ਵੀ ਜਾਣ ਦਾ ਇੱਕ ਵਾਰੀ ਮੌਕਾ ਮਿਲਿਆ ਸੀਗਾ। ਤੇ ਕਹਿੰਦੇ ਜੀ ਵੀ ਜਿਹੜੇ ਰਾਸ਼ਟਰਪਤੀ ਭਵਨ ਆ, ਇਹਦੇ ਜਿਹੜੇ 'ਚ ਬਿਜਲੀ ਵਰਤੀ ਜਾਂਦੀ ਆ, ਉਹਦਾ ਰੋਜ਼ ਦਾ ਬਿੱਲ 3,75,000 ਰੁਪਈਆ। ਕਿਆ ਬਾਤ। 1 ਕਰੋੜ 15 ਲੱਖ ਮਹੀਨੇ ਦਾ ਬਿਜਲੀ ਦਾ ਬਿੱਲ ਆਉਂਦਾ। ਅਜੇ 2 ਮਹੀਨਿਆਂ ਦਾ 2 ਕਰੋੜ 30 ਲੱਖ ਹੋਇਆ। ਕਹਿਣ ਦਾ ਮਤਲਬ ਕਿ ਜਿੱਡਾ ਕਿ ਮੇਰਾ ਪਿੰਡ ਆ ਜੀ, ਉਹਦੀ ਆਬਾਦੀ ਤਕਰੀਬਨ 4-5 ਹਜ਼ਾਰ ਆ, ਤੇ ਉਹਦਾ ਸਾਰਾ ਬਿੱਲ ਰਾਸ਼ਟਰਪਤੀ ਸਾਹਿਬ ਹੀ ਭਰ ਰਹੇ ਨੇ, ਇਕੱਲੇ ਹੀ ਭਰ ਰਹੇ ਨੇ। ਨਹੀਂ ਉਹ ਥੋੜੀ ਭਰ ਰਹੇ ਜੀ, ਭਰਤਾ ਸੀ ਤੁਸੀਂ ਰਹੇ ਆ। ਉਹ ਤਾਂ ਸਵਿਚ ਨੂੰ ਹੱਥ ਵੀ ਨਹੀਂ ਲਾਉਂਦੇ। ਉਹ ਤਾਂ ਕੱਲ ਨੂੰ ਕਹਿ ਸਕਦੇ ਬਈ ਮੈਂ ਨਹੀਂ ਬਿਜਲੀ ਵਰਤਦਾ, ਮੈਂ ਤਾਂ ਕਦੀ ਹੱਥ ਵੀ ਨਹੀਂ ਲਾਇਆ ਸਵਿਚ ਨੂੰ। ਠੀਕ ਹੈ ਜੀ, ਮੈਂ ਤਾਂ ਕਦੀ ਪੱਖਾ ਚਲਾਉਣ ਦੇ ਲਈ ਮੈਂ ਕਦੀ ਪੱਖਾ ਔਨ ਜਾਂ ਆਫ ਵੀ ਨਹੀਂ ਕੀਤਾ। ਤੁਸੀਂ ਮੇਰੇ ਤੇ ਦੋਸ਼ ਨਹੀਂ ਡਾ ਸਕਦੇ। ਸਿਰਫ ਜਸਟ ਇੱਕ ਜਾਣਕਾਰੀ ਦਿੱਤੀ ਹੈ ਮੈਂ ਤੁਹਾਨੂੰ ਕਿ ਭਾਰਤ ਦੇ ਰਾਸ਼ਟਰਪਤੀ ਸਾਹਿਬ 1 ਕਰੋੜ 75 ਲੱਖ ਰੁਪਈਏ ਦੀ ਬਿਜਲੀ ਫੂਕਦੇ ਆ ਤੇ ਉਹਦਾ ਬਿੱਲ ਦਿੰਦੇ ਆ ਭਾਰਤ ਦੇ ਗਰੀਬ ਲੋਕ, ਜਿਹੜੇ ਦਿਲੜੀਆਂ ਕੱਢਦੇ ਫਿਰਦੇ ਆ ਕੋਈ ਸਾਡੇ ਇੰਨੇ ਮਾਫ ਕਰ ਦਿਓ, ਸਾਡਾ 200 ਯੂਨਿਟ ਹੀ ਛੱਡ ਦਿਓ, ਸਾਡਾ ਪਰ ਯੂਨਿਟ ਜਿਹੜਾ ਰੇਟ ਹੀ ਘਟਾ ਦਿਓ। ਇਹ ਤਾਂ ਮਤਲਬ ਉਹੀ ਗੱਲ ਹੋ ਗਈ ਨਾ। ਉਹ ਕਹਿੰਦੇ ਨਾ ਕਿ ਕਈ ਵਾਰ ਇੱਕ DSP ਸੀਗਾ, ਉਹਨੇ SHO ਦੇ ਜਾ ਕੇ ਤੇ ਉੱਤੇ ਛਾਪਾ ਮਾਰਿਆ ਵੀ ਹਾਂ ਭਾਈ ਕਿੰਨੇ ਕੁ ਇਕੱਠੇ ਹੋਏ ਆ। SHO ਕਹਿੰਦਾ ਜਨਾਬ 5 ਮਿੰਟ ਦਿਓ। ਉਹਨੇ ਜਾ ਕੇ ਐਸੇ ਦੋਵੇਂ ਤਿੰਨੇ ਜਿਹੜੇ ਥੱਲੇ ਵਾਲੇ ਇਕੱਠੇ ਕਰਕੇ ਕਹਿੰਦਾ ਹਾਂ ਵੀ ਦੱਸੋ ਕਿੰਨੇ ਇਕੱਠੇ ਹੋਏ ਆ। ਐਸੇ ਕਹਿੰਦਾ 5 ਮਿੰਟ ਦਿਓ ਜਨਾਬ। ਉਹਨੇ ਜਾ ਕੇ ਮੁਨਸ਼ੀ ਦਾ ਹੁਕਮ ਮਾਰਿਆ, ਮੁਨਸ਼ੀ ਸਾਹਿਬ ਕਿੰਨੇ ਇਕੱਠੇ ਹੋਏ ਆ। ਮੁਨਸ਼ੀ ਕਹਿੰਦਾ 5 ਮਿੰਟ ਦਿਓ ਜਨਾਬ। ਹੁਣ 5 ਮਿੰਟ ਕਰਦਾ ਅੱਧਾ ਪੌਣਾ ਘੰਟਾ ਲੰਘ ਗਿਆ ਤੇ ਉਹ ਜਿਹੜਾ DSP ਉਹ ਕਹਿੰਦਾ ਉਹ ਅੱਧਾ ਘੰਟਾ ਹੋ ਗਿਆ ਪੌਣਾ, ਤੁਹਾਡਾ ਪੈਸੇ ਕਿੰਨੇ ਕੁ ਜ਼ਿਆਦਾ ਇਕੱਠੇ ਹੋ ਗਏ ਜਿਹੜਾ ਹਿਸਾਬ ਹੀ ਨਹੀਂ ਹੋ ਰਿਹਾ। ਉਹ ਕਹਿੰਦੇ ਜਨਾਬ ਸਾਡੇ ਕੋਲ ਬਚਦਾ ਕੀ ਆ, ਜਿਹਦਾ ਹਿਸਾਬ ਨਹੀਂ ਹੋ ਗਿਆ ਸਾਰੇ ਤਾਂ ਤੁਸੀਂ ਲੈ ਜਾਂਦੇ। ਉਹ ਹਿਸਾਬ ਹੈ ਵੀ ਸਾਰੇ ਦੇ ਰਾਸ਼ਟਰਪਤੀ ਖਾ ਗਿਆ, ਪ੍ਰਧਾਨ ਮੰਤਰੀ ਖਾ ਗਿਆ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਪ੍ਰਧਾਨ ਮੰਤਰੀ ਮੰਤਰੀ ਮੰਡਲ ਖਾ ਗਿਆ। ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਦਿਲੜੀਆਂ ਕੱਢਦੇ ਫਿਰਦੇ ਹਾਂ ਕਿ ਬੱਸਾਂ ਦੇ ਕਿਰਾਏ ਘਟਾ ਦਿਓ, ਹਾਂਜੀ ਸਕੂਲਾਂ ਦੇ ਬੱਚਿਆਂ ਦੀ ਫੀਸ ਘੱਟ ਕਰ ਦਿਓ, ਬਿਜਲੀ ਸਸਤੀ ਕਰ ਦਿਓ, ਐਜੂਕੇਸ਼ਨ ਸਿਸਟਮ ਜਿਹੜਾ ਵਾ ਉਹ ਵਧੀਆ ਕਰ ਦਿਓ, ਹਸਪਤਾਲਾਂ ਵਿੱਚ ਲੋਕੀ ਰੋਲ ਰਹੇ ਦਵਾਈਆਂ ਸਸਤੀਆਂ ਕਰ ਦਿਓ। ਪਰ ਰਾਸ਼ਟਰਪਤੀ ਸਾਹਿਬ ਨੂੰ ਕੌਣ ਕਵੇ?
ਵੇਖੋ ਜੀ, ਉਹ ਫਿਰ ਤੁਸੀਂ ਕਹਿਣਾ ਹਾਸੇ ਵਾਲੀ ਗੱਲ ਆ, ਜਿਹੜੀ ਕਿਸੇ ਦਾ ਬਜ਼ੁਰਗ ਸੀ ਫੀਮ ਖਾਂਦਾ, ਉਹ ਫੀਮ ਖਾਂਦਾ ਸੀ ਤੇ ਉਹ ਉਹਨਾਂ ਨੇ ਕਿਹਾ ਵੀ ਚਲੋ ਮੇਰੀ ਆਉਣ ਵਾਲੀ ਪੀੜ੍ਹੀ ਫੀਮ ਨਾ ਖਾਵੇਗਾ। ਉਹਨੇ ਉਹਨੂੰ ਕਹਿਣਾ ਕਿ ਆਪਣੇ ਦੋ ਮੁੰਡਿਆਂ ਨੂੰ ਕਹਿਣਾ ਸ਼ੁਰੂ ਕਰਦਾ ਵੀ ਕਾਕਾ ਵੇਖੋ ਇਹਦੇ ਆਹ ਨੁਕਸਾਨ ਆ, ਫੀਮ ਨਹੀਂ ਖਾਣੀ। ਉਹਨਾਂ ਸੋਚਿਆ ਵੀ ਬਜ਼ੁਰਗ ਖਾਂਦਾ 70-75 ਸਾਲ ਦਾ ਹੋ ਗਿਆ, ਸਾਨੂੰ ਕੀ ਫਰਕ ਪੈਂਦਾ। ਉਹਨਾਂ ਵੀ ਭੋਰਾ ਉਹਨਾਂ ਵੀ ਖਾਣੀ ਕਰਕੇ ਬਜ਼ੁਰਗ ਨੂੰ ਪਤਾ ਲੱਗ ਗਿਆ। ਹੁਣ ਬਜ਼ੁਰਗ ਨੂੰ ਮੁੰਡੇ ਕਿਵੇਂ ਕਹਿਣ, ਉਹਦੀ ਗੱਲ ਜਿਹੜੀ ਤੀਜੀ ਪੀੜ੍ਹੀ ਸੀ ਜਦੋਂ ਪਤਾ ਲੱਗਾ ਵੀ ਹੁਣ ਇਹਨੂੰ ਵੀ ਫੀਮ ਲੱਗਣ ਲੱਗੀ ਆ, ਫਿਰ ਉਹਨਾਂ ਨੇ ਕਿਹਾ ਉਹ ਬਾਪੂ ਤੂੰ ਛੱਡ ਤੇ ਗਾਂ ਛੁੱਟਣੀ ਵੀ ਨਹੀਂ, ਤਾਂ ਕਹਿੰਦਾ ਤੀਜੀ ਪੀੜ੍ਹੀ ਗਰਕਣ ਲੱਗੀ, ਉਹ ਹਿਸਾਬ ਆ ਇੱਥੇ ਤੇ ਆ ਕਹੀ ਜਾਂਦੇ ਆ ਪਰ ਆਪ ਨਹੀਂ ਛੱਡਦੇ। ਹਾਂ ਬਿਲਕੁਲ। ਨਾ ਤੇ ਵੇਖੋ ਜੀ ਕਿਸੇ ਐਮਐਲਏ ਨੇ, ਕਿਸੇ ਐਮਪੀ ਨੇ, ਆ ਪਿੱਛੇ ਜੇ ਉਹ ਪੈਨਸ਼ਨਾਂ ਦਾ ਰੌਲਾ ਪਿਆ ਤੇ ਕਿੰਨੇ ਚੀਕੇ, ਘਰ ਛਡਾਉਣ ਦਾ ਰੌਲਾ ਪਿਆ ਤੇ ਕਿੰਨੇ ਚੀਕੇ। ਫਿਰ ਸਭ ਤੋਂ ਵੱਡੀ ਉਦਾਹਰਨ ਦੇਖੋ ਜੀ, ਜੇ ਕੋਈ ਨਸ਼ੇ ਦੇ ਕੇਸ 'ਚ ਅੱਜ ਦੀ ਡੇਟ 'ਚ ਕੋਈ ਐਮਐਲਏ ਜਿਵੇਂ ਮਜੀਠੀਆ ਸਾਹਿਬ ਅੰਦਰ ਨੇ, ਚਲੋ ਸਾਹਿਬ ਵੀ ਲਾਉਣਾ ਹੁਣ ਜ਼ਿਆਦਾ ਵਧੀਆ ਨਹੀਂ ਲੱਗਦਾ, ਚਲੋ ਕੋਈ ਨਹੀਂ, ਸਾਹਿਬ ਤਾਂ ਸਾਹਿਬ ਹੀ ਹੁੰਦੇ ਜੀ, ਵੱਡੇ ਲੋਕਾਂ ਨੂੰ ਸਾਹਿਬ ਹੀ ਕਹਿਣਾ ਚਾਹੀਦਾ। ਅੰਦਰ ਨੇ, ਉਹਨਾਂ ਦੀ ਮਿਸਿਜ ਨੇ ਕਿਹਾ ਵੀ ਉਹਨਾਂ ਨੂੰ ਆਹ ਦੁੱਖ ਨੇ, ਆਹ ਤਕਲੀਫਾਂ ਨੇ, ਤੇ ਭਾਈ ਸਾਹਿਬ ਜਿਹੜੇ ਦੂਜੇ ਕੈਦੀ ਨੇ ਉਹ ਚਲੋ ਕਹਿਣਾ ਨਹੀਂ ਚਾਹੀਦਾ, ਸਾਰੇ ਕੈਦੀ ਸਤਿਕਾਰਯੋਗ ਨੇ, ਉਹ ਖੋਤਿਆਂ ਨੂੰ ਜੰਮੇ ਨੇ, ਉਹ ਵੀ ਮਾਵਾਂ ਨੂੰ ਜੰਮੇ ਨੇ, ਵੀ ਇਨਸਾਨਾਂ ਦੇ ਪੁੱਤ ਨੇ, ਤੇ ਇਹ ਥੋੜਾ ਵੀ ਅਰਸ਼ ਤੋਂ ਡਿੱਗਾ ਆ। ਹਾਂ ਸਾਰਿਆਂ ਨੇ ਜੇ ਟ੍ਰੀਟਮੈਂਟ, ਦੂਜੀ ਉਹਨਾਂ ਕਿਹਾ ਜੀ ਉਹਨੂੰ ਜਾਨ ਦਾ ਖਤਰਾ ਹੈ। ਭਾਜੀ ਕਾਹਦਾ ਜਾਨ ਦਾ ਖਤਰਾ, ਮੈਂ ਕੋਈ ਗੁਨਾਹ ਹੀ ਨਹੀਂ ਕੀਤਾ, ਮੈਨੂੰ ਕਿਹੜਾ ਕਿਤਰਾ ਕੋ ਜਿਹਨੇ ਕੀਤਾ ਉਹਨੂੰ ਖਤਰਾ। ਬਿਲਕੁਲ ਜੀ, ਜੇ ਅੰਦਰ ਬੈਠੇ ਨੂੰ ਵੀ ਜਾਨ ਦਾ ਖਤਰਾ, ਜੇਲ੍ਹ 'ਚ ਬੈਠੇ ਨੂੰ ਵੀ ਜਾਨ ਦਾ ਖਤਰਾ ਵਾ, ਤੇ ਫਿਰ ਜ਼ਰੂਰ ਸੋਚ ਲੈਣਾ ਚਾਹੀਦਾ ਕਿ ਮੈਂ ਕਿਹੜੇ ਪੁੱਠੇ ਕੰਮ ਕੀਤੇ, ਉਹਦੀ ਲਿਸਟ ਹੀ ਬਣਾ ਲਓ, ਟਾਈਮ ਤਾਂ ਬਥੇਰਾ ਹੁਣ ਵਿਹਲੇ ਹੀ ਹੁੰਨਾ ਵਾਧੂ ਛੂਪ ਛਾਪ ਕਰਨ ਉੱਤੇ ਪੀਣੇ ਆ, ਪਹਿਲੇ ਲਿਸਟ ਹੀ ਬਣਾ ਲਓ, ਕਿਉਂਕਿ ਹੁਣ ਦੇ ਨਾਲੇ ਇਕੱਠੇ। ਇੱਕ ਮੈਂ ਹੋਰ ਤੁਹਾਨੂੰ ਗੱਲ ਕਰਨ ਲੱਗਾ ਵੀ ਜਦੋਂ ਅਸੀਂ ਕਿਤੇ ਵੀ ਛੋਟੇ ਜਿਹੇ ਉਹਦੇ ਤੇ, ਜਿਵੇਂ ਆਪਾਂ ਪਟਵਾਰੀ ਤੋਂ ਸ਼ੁਰੂ ਕੀਤਾ ਸੀ, ਧਰਮਸੋਤ ਤੱਕ ਆ ਗਏ, ਹੁਣ ਮਜੀਠੀਆ ਸਾਹਿਬ ਤੱਕ ਚੱਲ ਗਏ ਆ, ਜਿਹੜੇ ਵੀ ਤੁਸੀਂ ਅਹੁਦੇ ਤੇ ਚਲੇ ਜਾਂਦੇ ਜੇ ਨਾ, ਉਹਦਾ ਸ਼ੁਕਰ ਕਰਿਆ ਕਰੋ ਰੱਬ ਦਾ, ਤੇ ਕੁਝ ਨਾ ਕੁਝ ਵਾਪਸ ਕਰਿਆ ਕਰੋ ਲੋਕਾਂ ਨੂੰ। ਇਹ ਨਹੀਂ ਵੀ ਗੱਲੀ ਬਾਤੀ ਮੈਂ ਵੱਡੀ ਤੇ ਕਰਤੂਤੀ ਵੱਡੀ ਜਠਾਣੀ, ਤੇ ਫਿਰ ਜਦੋਂ ਜਠਾਣੀ ਉਧਰਲੇ ਪਾਸੇ ਆ ਜਾਂਦੀ ਤੇ ਜਠਾਣੀ ਦੂਜੇ ਪਾਸੇ, ਕਿਉਂਕਿ ਸਵਾਏ ਇੱਕ ਦੂਜੇ ਨੂੰ ਬਲੇਮ ਲਾਉਣ ਤੋਂ, ਅੱਜ ਮੈਂ ਸਤਨਾਮ ਸਿੰਘ ਬਾਜਵਾ ਦੇ ਬੇਟੇ ਨੇ, ਪ੍ਰਤਾਪ ਸਿੰਘ ਬਾਜਵਾ, ਸਾਡੇ ਉਧਰ ਮਾਝੇ ਦੇ, ਉਹ ਵੀ ਕਿਸੇ ਟਾਈਮ ਤੇ ਕਾਂਗਰਸ ਦੇ ਜਰਨੈਲ ਕਹਾਉਂਦੇ ਨੇ, ਉਹਨਾਂ ਨੇ ਅੱਜ ਗੱਲ ਕੀਤੀ ਸੀ। ਉਹ ਕਹਿੰਦੇ ਵੀ ਤੁਸੀਂ ਮੈਨੂੰ ਸਵਾਲ ਤੋਂ ਪੁੱਛੀ ਜਾਂਦੇ ਜੇ, ਮੈਂ ਨਾ ਕਦੀ ਮੁੱਖ ਮੰਤਰੀ ਰਿਹਾ ਨਾ, ਉਹ ਕਿਉਂਕਿ ਹੁਣ ਆਪੋਜੀਸ਼ਨ ਲੀਡਰ ਉਹਨਾਂ ਨੂੰ ਬਣਾਇਆ। ਹਾਂਜੀ ਹਾਂਜੀ। ਉਹ ਕਹਿੰਦੇ ਤੁਸੀਂ ਮੈਨੂੰ ਇਹ ਦੱਸੋ, ਜਦੋਂ ਕਾਂਗਰਸ ਦੀ ਸਰਕਾਰ ਬਣਦੀ ਆ ਉਦੋਂ ਕਾਲੀਏ ਰੌਲਾ ਪਾ ਲੈਂਦੇ ਸੀ ਵੀ ਭਾਈ ਇਹ ਕੱਖ ਨਹੀਂ ਕਰਦੇ, ਕੱਖ ਨਹੀਂ ਕਰਦੇ। ਜਦੋਂ ਕਾਲੀਏ ਦੀ ਸਰਕਾਰ ਹੁੰਦੀ, ਉਹ ਪੱਤਰਕਾਰ ਬੜਾ ਸਿਆਣਾ, ਉਹਨੇ ਕਿਹਾ ਵੀ ਉਦੋਂ ਤੁਸੀਂ ਰੌਲਾ ਪਾ ਲੈਂਦੇ ਵੀ ਭਾਈ ਇਹ ਕੱਖ ਨਹੀਂ ਕਰਦੇ, ਕੱਖ ਨਹੀਂ ਕਰਦੇ। ਉਹ ਕਹਿੰਦਾ ਮੈਨੂੰ ਇਹ ਦੱਸੋ ਵੀ ਕਰਦਾ ਕੌਣ ਆ, ਵੀ ਉਹ ਵੀ ਕੱਖ ਨਹੀਂ ਕਰਦੇ, ਤੁਸੀਂ ਵੀ ਕਰਦੇ। ਤੇ ਉਹਨੂੰ ਗੱਲ ਤੇ ਕੋਈ ਨਹੀਂ, ਗੱਲ ਗੋਲ ਮੋਲ ਕਰਕੇ ਕਹਿੰਦੇ ਨਹੀਂ ਜੀ ਵੇਖੋ ਜੀ ਇਹ ਤਾਂ ਚਿੱਕੜ ਪਾਉਣਾ ਹੁੰਦਾ, ਚਿੱਕੜ ਪਾਉਣ ਵਾਲੀਆਂ ਗੱਲਾਂ ਸਰਕਾਰਾਂ ਤੇ ਪਾਉਂਦੀਆਂ, ਅਸੀਂ ਤਾਂ ਪਬਲਿਕ ਦਾ ਹੀ ਸੋਚਦੇ ਵੀ ਜੇ ਪਬਲਿਕ ਦਾ ਤੁਸੀਂ ਕਦੀ ਕੁਝ ਸੋਚਿਆ ਹੁੰਦਾ ਤੇ ਇਸ ਤਰੀਕੇ ਨਾਲ ਤਾਂ ਮੈਂ ਚੰਦ ਲਾਈਨਾਂ ਲਿਖੀਆਂ ਜੀ, ਕਿਉਂਕਿ ਜਿੰਨੇ ਵੀ ਸਾਡੇ ਤੁਸੀਂ ਵੀਰ ਜੇ, ਜਿੰਨੇ ਲੀਡਰ ਜੇ, ਜਿੰਨੇ ਅਫਸਰ ਜੇ, ਉਹ ਜਿਸ ਤਰ੍ਹਾਂ ਮੈਂ ਕਰਾਂ ਸ਼ੁਰੂ 'ਚ ਅੱਜ ਤੋਂ 2011-12 'ਚ ਲਿਖੀ ਸੀ ਕਿ ਜੀ ਆਇਆਂ ਨੂੰ ਸਾਰੇ ਪੜ੍ਹੇ ਲਿਖੇ ਤੇ ਅਨਪੜ੍ਹ ਪੰਜਾਬੀਆਂ ਨੂੰ, ਅਮਲੀਆਂ ਸਮੈਕੀਆਂ ਆਸ਼ਕਾਂ ਤੇ ਸ਼ਰਾਬੀਆਂ ਨੂੰ, ਬੱਸ ਅੱਡੇ ਤੇ ਖੜੇ ਸਾਰੇ ਧੂੜ ਫੱਕ ਆਸ਼ਕ ਵੀਰਾਂ ਨੂੰ, ਕੈਪਸੂਲ ਖਾਣੇ ਰਾਂਝਿਆਂ ਨੂੰ, ਤੇ ਫੈਂਸੀ ਪੀਣੀਆਂ ਹੀਰਾਂ ਨੂੰ। ਉਦੋਂ ਫੈਂਸੀ ਚੱਲਦੀ ਸੀ, ਹੁਣ ਤੇ ਸਿਗਰਟ ਪੀਣੀਆਂ ਹੀਰਾਂ ਨੂੰ ਵੀ ਕਹਿ ਦਿੱਤੀ ਜਾਂਦਾ, ਵਧੀਆ ਨਹੀਂ ਗੱਲ। ਦੇਸ਼ ਦੇ ਸਭ ਤੋਂ ਕਰਪਟ ਪੜ੍ਹੇ ਲਿਖੇ ਤੇ ਸਭ ਅਨਪੜ੍ਹ ਤੇ ਪੜ੍ਹੇ ਲਿਖੇ ਲੀਡਰਾਂ ਨੂੰ, ਉਹਨਾਂ ਦੀ ਮੋਟੀ ਕਮਾਈ ਕਰਦੇ ਪੀਏ ਕਲਰਕ ਤੇ ਲੀਡਰਾਂ ਨੂੰ, ਇਹ ਸਾਰਿਆਂ ਨੂੰ ਜੀ ਆਇਆ ਜੀ। ਬਿਲਕੁਲ। ਲੇਕਿਨ ਧਿਆਨ ਨਾਲ ਗੱਲ ਸੁਣ ਲਓ ਕਿ ਅਸੀਂ ਜਿੱਥੇ ਮਰਜ਼ੀ ਪਹੁੰਚ ਜਾਈਏ, ਜਾਣਾ ਰੱਬ ਕੋਲ। ਇੱਕ ਮੈਨੂੰ ਢਾਡੀ ਦੀ ਇੱਕ ਦਿਨ ਗੱਲ ਚੇਤੇ ਆ ਗਈ, ਉਹਨੇ ਕਿਹਾ ਕਿ ਬਾਦਲ ਸਾਹਿਬ ਜਿੱਡੇ ਮਰਜ਼ੀ ਖਿਡਾਰੀ ਸੀਗੇ, ਲੇਕਿਨ ਅੱਜ ਦੀ ਡੇਟ 'ਚ ਗੋਲਕੀਪਰ ਤੋਂ ਵੀ ਪਿੱਛੇ ਬਿਠਾਇਆ ਉਹਨਾਂ ਨੂੰ ਅਗਲੇ ਨੇ। ਬਿਲਕੁਲ। ਇਹ ਹਾਲਾਤ ਵੇਖ ਲਓ, ਇਹ ਹਾਲਾਤ ਸਾਰਿਆਂ ਨਾਲ ਹੋਣੇ ਆ। ਤੁਸੀਂ ਰਿਜ਼ਰਵ ਖਿਡਾਰੀ ਵੀ ਨਹੀਂ ਕਹਿ ਸਕਦੇ। ਨਹੀਂ ਜੀ, ਗੋਲਕੀਪਰ ਤੋਂ ਪਿੱਛੇ ਬਿਠਾਇਆ ਵੀ ਬਾਲ ਨਾ ਵੱਜ ਜੇ, ਗੋਲ ਤੋਂ ਪਿੱਛੇ ਬਾਲ ਨਹੀਂ ਨਾ ਆਉਂਦੀ। ਤੇ ਇਸ ਕਰਕੇ ਧਿਆਨ ਰੱਖੋ, ਮੈਨੂੰ ਸਮਝ ਨਾ ਆਵੇ ਤੇਰੀ ਬੰਦਿਆ, ਇਨਸਾਨ ਤੁਸੀਂ ਸਾਰੇ ਵਧੀਆ ਜੇ, ਲੇਕਿਨ ਤੁਹਾਡੀ ਸਮਝ ਨਹੀਂ ਆ ਰਹੀ, ਮੈਨੂੰ ਸਮਝ ਨਾ ਆਵੇ ਤੇਰੀ ਬੰਦਿਆ, ਤੇ ਕਿਹੜੇ ਰਾਗਾਂ ਵਿੱਚ ਹੁਣ ਤੂੰ ਗਾਉਣ ਲੱਗਾ। ਸਮਝ ਹੀ ਨਹੀਂ ਲੱਗਦੀ। ਜੇ ਕੋਈ ਕਹਿ ਦਿੰਦਾ ਜੀ ਸਿੱਖ ਧਰਮ ਦੇ ਵਿੱਚ ਆਹ ਘਾਟ ਆ, ਇਹ ਸਾਨੂੰ ਪੂਰੀ ਕਰ ਲੈਣੀ ਚਾਹੀਦੀ ਆ, ਅਸੀਂ ਉਹਦੇ ਤੇ ਮਾਂ ਭੈਣ ਧੀ ਸਭ ਇੱਕ ਕਰ ਦਿੰਦੇ ਹਾਂ। ਬਿਲਕੁਲ। ਕੱਲ ਪਰਸੋਂ ਇੱਕ ਬੰਦੇ ਨੇ ਕਿਹਾ ਜੀ, ਉਹ ਜਿਹੜੇ ਹਰਪਾਲ ਸਿੰਘ ਜੀ, ਜਿਹੜੇ ਕਥਾਵਾਚਕ ਨੇ, ਕੀਰਤਨੀਅਤ ਨਹੀਂ ਕਥਾਵਾਚਕ ਨੇ, ਉਹਨਾਂ ਨੇ ਕੰਪੈਰੀਜ਼ਨ ਕਰਤਾ ਜੀ ਇੱਕ ਗਾਇਕ ਦੀ ਮਦਰ ਦਾ, ਜਿਹਦੀ ਡੈਥ ਹੋਈ ਆ ਹੁਣ, ਸਿੱਧੂ ਮੂਸੇਵਾਲਾ ਦੀ। ਉਹਨੇ ਕਿਹਾ ਜੀ ਕਿ
ਮਤਲਬ ਇਨਡਾਇਰੈਕਟ ਤਰੀਕੇ ਨਾਲ ਕੰਪੇਅਰ ਕਰ ਦਿੱਤਾ ਮਾਤਾ ਗੁਜਰੀ ਨੂੰ। ਬਿਲਕੁਲ। ਤੇ ਕੁਝ ਕੁ ਚੀਜ਼ਾਂ ਉਹਨੇ ਇਹ ਕਹਿ ਦਿੱਤੀਆਂ ਕਿ ਸਾਡੇ ਜਿਹੜੇ ਮੀਰੀ ਪੀਰੀ ਵਾਲੇ ਗੁਰੂ ਸੀਗੇ, ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਵੀ ਸ਼ਾਸਤਰ ਰੱਖੇ ਸੀ ਤੇ ਇਹ ਵੀ ਸ਼ਾਸਤਰ, ਭਾਈ ਸ਼ਾਸਤਰ ਉਹਨਾਂ ਕਾਹਦੇ ਲਈ ਰੱਖੇ ਸੀ, ਉਹ ਕਾਹਦੇ ਲਈ? ਪਤਾ ਕੀ ਹੈ ਜੀ, ਇਹ ਜਿਹੜੇ ਜਿੰਨੇ ਵੀ ਇਹ ਕਥਾਕਾਰ ਪ੍ਰਚਾਰਕ ਜੇ ਉਹ ਹੈਗੇ, ਕਹਿੰਦੇ ਵੀ ਜੇ ਅਸੀਂ ਕੋਈ ਵਿਕੋਲਿਤਰੀ ਅਨੋਖੀ ਜੀ ਖਾਸ ਜਿਹੀ ਗੱਲ ਨਾ ਕੀਤੀ, ਜਿਹੜੀ ਲੀਕ ਤੋਂ ਹਟ ਕੇ ਗੱਲ ਨਾ ਕੀਤੀ, ਸਾਨੂੰ ਸੁਣੂ ਕੌਣ? ਉਹ ਵੱਖਰੀ ਗੱਲ ਹੈ ਕਿ ਲੋਕੀ ਉਹੋ ਜਿਹੀ ਗੱਲ ਸੁਣ ਕੇ ਫਿਰ ਜੋ ਹਸ਼ਰ ਕਰਦੇ ਹੁੰਦੇ ਆ, ਉਹ ਬਾਅਦ ਦੀ ਗੱਲ ਆ। ਤੇ ਉਹਨਾਂ ਕਥਾਕਾਰਾਂ ਨੂੰ ਆਪਦੇ ਅੰਦਰ ਝਾਤੀ ਮਾਰਨ ਦੀ ਲੋੜ ਆ ਕਿ ਕੀ ਤੁਸੀਂ ਇਤਿਹਾਸ ਪੜ੍ਹਿਆ, ਕੀ ਤੁਸੀਂ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਪੜ੍ਹੀਆਂ, ਜਾਂ ਗੁਰੂ ਕਾਲ ਦੇ ਦੌਰਾਨ ਜਿਹੜੀਆਂ ਮਹਾਂਪੁਰਸ਼ ਹੋਏ ਆ ਜਾਂ ਉਸ ਵੇਲੇ ਵੱਡੀਆਂ ਸ਼ਖਸੀਅਤਾਂ ਹੋਈਆਂ, ਉਹਨਾਂ 'ਚ ਔਰਤਾਂ ਦਾ ਕੀ ਯੋਗਦਾਨ ਸੀ, ਉਹ ਪੜ੍ਹਿਆ? ਕਈ ਪੜ੍ਹਿਆ ਹੁੰਦਾ ਤੇ ਸ਼ਾਇਦ ਇਹੋ ਜਿਹੀਆਂ ਗੱਲਾਂ ਨਾ ਕਰਦੇ। ਬਿਲਕੁਲ ਜੀ। ਨਾਲੇ ਜੇ ਤੁਸੀਂ ਗੁਰੂ ਸਾਹਿਬ ਦੀ ਗੱਲ ਵੀ ਕਰਨੀ ਹੈ, ਜਿਵੇਂ ਵਾਲ ਕੱਟੇ ਆ ਸਭ ਕੁਝ, ਲੇਕਿਨ ਮੈਨੂੰ ਵੀ ਪਤਾ ਕਿ ਪਹਿਲਾਂ ਮੀਰੀ ਆ, ਫਿਰ ਪੀਰੀ ਵੀ ਆ ਨਾਲ ਜੁੜੀ। ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਜੇ ਸ਼ਾਸਤਰ ਕਿਸੇ ਤਰੀਕੇ ਨਾਲ, ਫਿਰ ਉਹ ਵੇਖੋ ਜੀ ਸ਼ਬਦ ਕਿਹੜਾ ਵਰਤ ਰਿਹਾ, ਜੂ ਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾਹ ਸ਼ਮਸ਼ੀਰ ਦਸਤ। ਉਹ ਭਲਿਆ ਮਾਨਸਾ, ਤੂੰ ਹੈ ਹੀ ਬੜੇ ਵਧੀਆ ਜਗ੍ਹਾ, ਤੂੰ ਪੜ੍ਹਿਆ ਲਿਖਿਆ ਕਥਾਕਾਰ ਆ, ਅਰਬੀ ਦਾ ਸ਼ਬਦ ਆ ਗੁਰੂ ਗੋਬਿੰਦ ਸਿੰਘ ਜੀ ਦਾ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਤੇ ਉਹਦਾ ਮਤਲਬ ਤੂੰ ਉਹਨਾਂ ਨੂੰ ਕੀ ਦੱਸ ਰਿਹਾ ਕਿ ਜਿੱਥੇ ਕੋਈ, ਗੁਰੂ ਸਾਹਿਬ ਨੇ ਤੇ ਕਿਹਾ ਕਿ ਜਦੋਂ ਤੁਹਾਡਾ ਕੋਈ ਹੀਲਾ ਨਾ ਚੱਲੇ, ਫਿਰ ਤੁਹਾਡੀ ਜਿਹੜੀ ਹੱਥ 'ਚ ਜਿਹੜੀ ਤਲਵਾਰ, ਉਹਨੂੰ ਵਰਤੋ। ਇਹਦਾ ਪੰਜਾਬੀ 'ਚ ਕਿਸੇ ਨੇ ਅਨੁਵਾਦ ਕੀਤਾ ਜੀ, ਬਹੁਤ ਪਿਆਰਾ। ਉਹ ਕਹਿੰਦੇ ਜਦੋਂ ਧਿਰ ਅਪਾਵਾਂ ਦੀ ਹਾਰਦੀ, ਤਾਂ ਲੋੜ ਵਰਤੋਂ ਕਰਤਾਰ ਦੀ। ਬਸ ਤਲਵਾਰ ਦੀ। ਹਾਂ, ਤਲਵਾਰ ਉਦੋਂ ਚੁੱਕੋ ਜਦੋਂ ਤੁਹਾਡਾ ਕੋਈ ਹੀਲਾ ਨਹੀਂ ਚੱਲਦਾ। ਇਹ ਨਹੀਂ ਕੋਈ ਜੇ ਕਿਸੇ ਨੇ ਤੁਹਾਡੇ ਲੱਖਾਂ ਕੱਢੀਆਂ ਵੇਖੀਆਂ ਤੇ ਉੱਤੇ ਵੀ ਤਲਵਾਰ ਕੱਢ ਲਓ, ਕਿਸੇ ਨੇ ਤੁਹਾਡੀ ਗੱਲ। ਜਦੋਂ ਹੀਲੇ ਵਸੀਲੇ ਖਤਮ ਹੋ ਜਾਣਾ, ਉਦੋਂ ਦੀ ਗੱਲ ਹੈ। ਇਹ ਥੋੜੀ 24 ਘੰਟੇ ਮੋਢੇ ਤੇ ਡਾਂਗ ਰੱਖਣੀ। ਬਾਦਸ਼ਾਹ ਤੇ ਪਾਤਸ਼ਾਹ 'ਚ ਫਰਕ ਕੀ ਆ? ਬਾਦਸ਼ਾਹ ਹੁੰਦਾ ਜਿਹਨੇ ਵੇਖਣਾ ਨਹੀਂ ਵੀ ਜ਼ੁਲਮ ਹੋਇਆ, ਜੋ ਮਰਜ਼ੀ ਹੋਇਆ, ਮੇਰਾ ਰਾਜ ਚੱਲੇ। ਤੇ ਪਾਤਸ਼ਾਹ ਹੁੰਦਾ ਜਿਹੜਾ ਪੱਤ ਰੱਖਦਾ। ਬਿਲਕੁਲ ਬਿਲਕੁਲ। ਤੇ ਤੁਸੀਂ, ਅਸੀਂ ਤੇ ਚਲੋ ਹੈ ਹੀ ਵਾਜੇ, ਅਸੀਂ ਤਾਂ ਕਿਸੇ ਕਾਹੇ ਜੋਗੇ ਨਹੀਂ, ਅਸੀਂ ਤਾਂ ਭੌਂਕਣਾ, ਤੁਸੀਂ ਸਾਡੇ ਤੋਂ ਵੀ ਗਾਂਹ ਲੰਘ ਗਏ ਜੀ। ਅੱਛਾ, ਇੱਕ ਮੈਂ ਗੱਲ ਹੋਰ ਕਰ ਲਵਾਂ ਜੀ। ਹਾਂਜੀ, ਮੈਨੂੰ ਇੱਕ ਮਿੰਟ ਲਾ ਲੈਣ ਦਿਓ ਜਰਾ। ਹਾਂਜੀ, ਤੁਸੀਂ ਉਹਦੇ ਬਾਅਦ ਜਿਹੜੀ ਗੱਲ ਕਰਨੀ ਕਰੇ। ਸੌਰੀ ਤੁਹਾਨੂੰ ਮੈਂ ਕੱਟ ਰਿਹਾ, ਕਿਉਂਕਿ ਹੁਣ ਮੇਰਾ ਕੰਮ ਆਇਆ ਲੈਣ ਤੇ। ਵੀ ਅਸੀਂ ਤਾਂ ਚਲੋ ਵਾਜੇ ਹੈ ਹੀ ਆ, ਵੀ ਅਸੀਂ ਤਾਂ ਕਾਹੇ ਜੋਗੇ ਨਹੀਂ, ਨਾ ਸਭ ਕੁਝ ਮੁੰਨਿਆ ਸ਼ਰਿਆ ਸਭ ਕੀਤਾ, ਤੇ ਤੁਸੀਂ ਸਾਡੇ ਤੋਂ ਵੀ ਗਾਂਹ ਲੱਗੇ ਜੀ। ਘੱਟੋ ਘੱਟ ਤੁਸੀਂ ਤਾਂ ਸਾਰਾ ਪੜ੍ਹਿਆ ਹੋ, ਹਰ ਚੀਜ਼। ਹਾਂ, ਪੜ੍ਹਿਆ ਹੋਊ, ਬਿਲਕੁਲ ਠੀਕ ਤੁਹਾਡੀ ਗੱਲ। ਪਰ ਪੜ੍ਹਦੇ ਨਹੀਂ ਨਾ ਹੈਗੇ। ਨਹੀਂ ਜੀ, ਪੜ੍ਹਨ ਤੋਂ ਬਾਅਦ ਇਹ ਹੈ ਜੀ ਲਾਲਚ ਆ ਪੈਸੇ ਦੀ ਨਾ। ਜਿਵੇਂ ਮੈਂ ਹੁਣੇ ਇੱਥੇ ਗੱਲ ਕੀਤੀ, ਤੁਹਾਨੂੰ ਉਹੀ ਕਵਿਤਾ ਸੁਣਾਉਣ ਲੱਗਾ। ਪਹਿਲਾਂ ਤੁਸੀਂ ਦੱਸੋ, ਫਿਰ ਮੈਂ ਤੁਹਾਨੂੰ। ਨਹੀਂ, ਤੁਸੀਂ ਕਵਿਤਾ ਪਹਿਲਾਂ ਸੁਣਾਓ, ਗੱਲ ਵੱਖਰੀ ਆ ਇਹਦੇ ਨਾਲ। ਹਾਂਜੀ, ਵੇਖੋ ਜੀ, ਮੈਨੂੰ ਸਮਝ ਨਾ ਆਵੇ ਤੇਰੀ ਬੰਦਿਆ, ਕਿਹੜੇ ਰਾਗਾਂ ਵਿੱਚ ਹੁਣ ਤੂੰ ਗਾਉਣ ਲੱਗਾ। ਆ ਜਿਹੜੀ ਹੁਣ ਗੱਲ ਹੋਈ ਆ, ਹਾਂਜੀ ਹਾਂਜੀ, ਜਿਹਨੇ ਤੈਨੂੰ ਵਿਖਾਈ ਇਹ ਦੁਨੀਆ, ਤੂੰ ਉਹਨੂੰ ਆਪਣੇ ਰੰਗ ਵਿਖਾਉਣ ਲੱਗਾ। ਕੀ ਬਾਤ, ਬਿਲਕੁਲ ਠੀਕ ਆ। ਇਹ ਵੀ ਮੈਂ ਕੀਤਾ, ਉਹ ਵੀ ਮੈਂ ਕਰਨਾ, ਤੇ ਪੌੜੀ ਅਹਿਮਦੀ ਹੁਣ ਰੱਬ ਨੂੰ ਲਾਉਣ ਲੱਗਾ। ਆਂਦਾ ਜੀ ਵੇਖੋ, ਮੇਰੀ ਮਿਹਨਤ ਨੂੰ ਸਭ ਫਲ ਲੱਗੇ, ਤੇ ਉਹਦੀ ਰਹਿਮਤ ਨੂੰ ਦਿਲੋਂ ਭੁਲਾਉਣ ਲੱਗਾ। ਤੇ ਕਿਹੜਾ ਰੱਬ ਤੇ ਕਿਸ ਨੇ ਵੇਖਿਆ ਏ? ਹੁਣ ਤੁਸੀਂ ਮੌਕੇ ਤੋਂ ਗਾਇਕ ਹੀ ਵੇਖਿਆ ਸੀ ਨਾ। ਹਾਂਜੀ ਹਾਂਜੀ, ਰੱਬ ਤੇ ਨਹੀਂ ਨਾ ਵੇਖਿਆ, ਗੁਰੂ ਤੇ ਨਹੀਂ ਨਾ ਵੇਖੇ। ਕਿਹੜਾ ਰੱਬ ਤੇ ਕਿਸ ਨੇ ਵੇਖਿਆ ਸੀ, ਤੇ ਨਵੇਂ ਆਪਣੇ ਤਰਕ ਜਗਾਉਣ ਲੱਗਾ। ਆ ਜਿਹੜੇ ਤਰਕ ਪਲਟੇ ਆ, ਨਵੇਂ ਆਪਣੇ ਤਰਕ ਜਗਾਉਣ ਲੱਗਾ। ਉਹ ਜਿਹੜਾ ਹਵਾ ਪਾਣੀ ਨੂੰ ਬੰਨੀ ਫਿਰਦਾ, ਤੇ ਹੁਣ ਉਹਨੂੰ ਤੂੰ ਰੱਸੀਆਂ ਪਾਉਣ ਲੱਗਾ। ਬਿਲਕੁਲ ਬਿਲਕੁਲ। ਤੇ ਸੂਰਜ ਚੰਦ ਤਾਰੇ ਜਿੰਨੇ ਲਾਏ ਕੰਮੇ, ਤੇ ਉਸ ਨੂੰ ਵਿਹਲੜ ਹੁਣ ਬਣਾਉਣ ਲੱਗਾ। ਰਿਜ਼ਕ ਦੇਵੇ ਜੋ ਕੀੜੇ ਤੇ ਜਾਨਵਰਾਂ ਨੂੰ, ਤੇ ਹੁਣ ਉਹਨੂੰ ਤੂੰ ਦਾਨ ਚੜਾਉਣ ਲੱਗਾ। ਤੇ ਜ਼ਿੰਦਗੀ ਮੌਤ ਜਿਹਦੇ ਹੱਥ ਵਿੱਚ ਏ, ਤੇ ਉਹਦੇ ਨਾਲ ਹੁਣ ਮੱਥੇ ਤੂੰ ਲਾਉਣ ਲੱਗਾ। ਹੁਣ ਵੇਖੋ ਜੀ, ਜਿਹੜਾ ਖਾਦਾ, ਜਿਹੜਾ ਪਾਂਦਾ ਏ ਸਾਰੀ ਦੁਨੀਆ ਦਾ, ਸਾਰੀ ਦੁਨੀਆ ਨੂੰ ਉਹ ਪੜਾਉਂਦਾ ਆ, ਤੇ ਤੂੰ ਉਸ ਨੂੰ ਪੱਟੀਆਂ ਪੜਾਉਣ ਲੱਗਾ। ਵੀ ਆ ਇਹਦੇ ਕਰਕੇ ਆਏ ਤੇ ਇਹਦੇ ਕਰਕੇ, ਤੂੰ ਉਸ ਨੂੰ ਪੱਟੀਆਂ ਪੜਾਉਣ ਲੱਗਾ। ਤੇ ਜਿੰਨੀ ਮਰਜ਼ੀ ਕਰ ਲੈ ਖੋਜ ਬੰਦਿਆ, ਤੇ ਤੂੰ ਨਹੀਂ ਮੁਰਦਿਆਂ ਵਿੱਚ ਜਾਨ ਪਾਉਣ ਲੱਗਾ। ਹਵਾਈ ਜਹਾਜ਼ ਰੋਬੋਟ ਬਣਾ ਸਕਦਾ ਹੈ, ਪਰ ਇੱਕ ਨਹੀਂ ਅਸਲੀ ਬੰਦਾ ਬਣਾਉਣ ਲੱਗਾ। ਆਂਦਾ ਉਹਦੀ ਹਰ ਅਸਲ ਦੀ ਨਕਲ ਕਰ ਲੈ। ਉਹਦੀ ਹਰ ਅਸਲ ਦੀ, ਅਸੀਂ ਕਹਿੰਦੇ ਨੇ ਜੀ ਫਲਾਣਾ ਉਹਦੇ ਵਰਗਾ ਸੀ, ਫਲਾਣਾ ਉਹਦੇ ਵਰਗਾ ਸੀ, ਫਲਾਣਾ ਉਹਦੇ ਵਰਗਾ ਸੀ। ਉਹਦੀ ਹਰ ਅਸਲ ਦੀ ਨਕਲ ਕਰ ਲੈ, ਪਰ ਬਲ ਰੱਬ ਨੂੰ ਨਹੀਂ, ਪਰ ਬਲ ਰੱਬ ਤੂੰ ਨਹੀਂ ਕਹਾਉਣ ਲੱਗਾ। ਉਹਨੇ ਰਾਮ ਕ੍ਰਿਸ਼ਨ ਗੁਰੂ ਕੀਤੇ ਪੈਦਾ, ਤੇ ਉਹਨੂੰ ਤੂੰ ਉਹਦਾ ਹੁਣ ਜੱਗ ਬਣਾਉਣ ਲੱਗਾ। ਈਸਾ ਮੂਸਾ ਤੇ ਅੱਲਾ ਦੀ ਹੋਂਦ ਹੈ ਜੋ, ਤੂੰ ਉਹਨੂੰ ਹੁਣ ਆਪ ਸਮਝਾਉਣ ਲੱਗਾ। ਇੱਕ ਬਿਮਾਰੀ ਨਾਲ ਬੰਨਤੀ ਸਾਰੀ ਦੁਨੀਆ, ਜਿਹਨੇ ਕਰੋਨੇ ਨਾਲ ਸਾਰੀ ਦੁਨੀਆ, ਬਿਲਕੁਲ ਅਜੇ ਤੱਕ ਚੱਲੀ ਜਾਂਦੀ ਗੱਲ। ਇੱਕ ਬਿਮਾਰੀ ਨਾਲ ਬੰਨਤੀ ਸੀ ਸਾਰੀ ਦੁਨੀਆ, ਉਹ ਮਿੰਟ ਨਹੀਂ ਲਾਊਗਾ ਦੁਨੀਆ ਮਟਾਉਣ ਲੱਗਾ। ਤੂੰ ਵੀ ਉਹਦੇ ਪਰਿਵਾਰ ਦਾ ਹੈ ਹਿੱਸਾ,
ਤੂੰ ਵੀ ਉਹਦੇ ਪਰਿਵਾਰ ਦਾ ਹੈ ਹਿੱਸਾ, ਉਹ ਤੈਨੂੰ ਵੀ ਨਹੀਂ ਕਦੀ ਗਵਾਉਣ ਲੱਗਾ। ਛੱਡ ਹੰਕਾਰ ਤੇ ਉਸ ਦਾ ਰਹਿ ਬਣ ਕੇ ਉਹ ਸਦਾ ਭੁੱਲਿਆ ਨੂੰ ਸੀਨੇ ਲਾਉਣ ਲੱਗਾ। ਬਹੁਤ ਖੂਬ, ਬੜੀ ਪਿਆਰੀ ਕਵਿਤਾ ਤੁਸੀਂ ਸੁਣਾਈ ਔਰ ਚੁਣੌਤੀ ਦਿੱਤੀ ਆ ਜਿਹੜੇ ਬੰਦੇ ਅਹਿਮ ਪਾਲ ਰੱਖੇ। ਤੁਸੀਂ ਗੱਲ ਸ਼ੁਰੂ ਚ ਕੀਤੀ ਸੀ, ਅਹਿਮ ਹੰਕਾਰ ਪਾਲ ਕੇ ਬੈਠੇ ਕਿ ਅਸੀਂ ਪਤਾ ਨਹੀਂ ਕੀ ਇੱਥੇ ਰੱਬ ਬਣ ਕੇ ਆਏ ਆ, ਤੇ ਜਾਂ ਅਸੀਂ ਹੁਣ ਰੱਬ ਬਣ ਗਏ ਆ, ਆਏ ਨਹੀਂ ਸੀ ਚਲੋ ਹੁਣ ਬਣ ਗਏ। ਜਿੰਨੇ ਤੈਨੂੰ ਵਿਖਾਈ ਦੁਨੀਆ ਤੂੰ ਉਹਨੂੰ ਆਪਣੇ ਰੰਗ ਵਿਖਾ। ਬਿਲਕੁਲ ਬਿਲਕੁਲ। ਅੱਛਾ, ਇੱਕ ਤੁਸੀਂ ਦੱਸੋ ਦੁਨੀਆ ਦੀ ਗੱਲ ਕੀਤੀ, ਦੁਨੀਆ ਰੰਗ ਬਰੰਗੀ। ਮੈਂ ਇੱਕ ਅਖੀਰ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਤੇ ਉਹਦੇ ਨਾਲ ਤੁਸੀਂ ਜੋੜ ਕੇ ਕਵਿਤਾ ਕੋ ਸੁਣਾਉਣੀ ਚਾਹੋ ਤਾਂ ਸੁਣਾ ਦਿਓ। ਗੁਜਰਾਤ 'ਚ ਇੱਕ ਕੁੜੀ ਦਾ ਪਤਾ ਲੱਗੀ ਜੀ ਵੀ ਉਹ ਕੁੜੀ ਨੇ ਆਪਣੇ ਆਪ ਨਾਲ ਵਿਆਹ ਕਰਾ ਲਿਆ। ਇਹ ਨੌਬਤ ਕਿੱਥੋਂ ਆ ਗਈ ਇਦਾਂ ਦੀ? ਅੱਜ ਤੱਕ ਤਰਸੀ ਹੋਇਆ, ਮੁੰਡੇ ਮੁੰਡਿਆਂ ਨਾਲ ਵਿਆਹ ਕਰਾਉਂਦੇ ਵੀ ਸੁਣੇ, ਕੁੜੀਆਂ ਕੁੜੀਆਂ ਨਾਲ ਵਿਆਹ ਕਰਾਉਂਦੀਆਂ ਵੀ ਸੁਣੀਆਂ, ਤੇ ਇੰਡੀਆ ਨੇ ਤਾਂ ਨਵੀਂ ਪਹਿਲ ਕਦਮੀ ਕਰਤੀ। ਇਦਾਂ ਕਿਉਂ ਵਾਪਰਨ ਲੱਗਾ ਜੀ? ਅਸਲ ਪਤਾ ਕੀ ਜੀ, ਜਦੋਂ ਦਾ ਅਸੀਂ ਇਹ ਕਹਿ ਦਿੱਤਾ ਨਾ ਵੀ ਹਰ ਬੰਦਾ ਆਜ਼ਾਦ ਆ। ਇੱਕ ਵਾਰ ਸ਼ਾਇਦ ਆਪਾਂ ਅੱਗੇ ਵੀ ਇਸ ਮੁੱਦੇ ਤੇ ਗੱਲ ਕੀਤੀ ਸੀ ਕਿ ਆਪਾਂ ਆਜ਼ਾਦੀ ਦਾ ਮਤਲਬ ਸਮਝਣ ਦੀ ਬਜਾਏ ਆਜ਼ਾਦੀ ਦੀ ਦੁਰਵਰਤੋਂ ਕਰਨੀ ਪਹਿਲਾਂ ਆਪਣਾ ਹੱਕ ਸਮਝਦੇ ਆ। ਉਹ ਤਾਂ ਹੈ ਹੀ ਹੈ ਜੀ। ਇੰਡੀਆ 'ਚ ਅਸੀਂ ਬਾਹਰ ਦੇ ਮੁਲਕਾਂ 'ਚ ਆ ਜਾਂਦੇ, ਇੱਥੇ ਅਸੀਂ ਇਹ ਨਹੀਂ ਵੇਖਦੇ ਵੀ ਅਸੀਂ ਆਹ ਰੂਲ ਅਸੀਂ ਬੱਧੇ ਫੋਲੋ ਕਰਦੇ ਵੀ ਸਾਨੂੰ ਪੁਲਿਸ ਫਾਈਨ ਠੋਕ ਦੂਗੀ, ਸਾਨੂੰ ਇਹਦੇ ਫਾਈਨ। ਲੇਕਿਨ ਅਸੀਂ ਇਹ ਵੇਖਦੇ ਆ ਵੀ ਇੱਥੇ ਹਾਂ ਕੋਈ ਨਹੀਂ, ਨਿਕਲ ਲਓ, ਸਟਾਪ ਸਾਈਨ ਤੇ ਰੁਕਣ ਦੀ ਲੋੜ ਨਹੀਂ, ਰੁਕਣ ਦੀ ਲੋੜ ਨਹੀਂ। ਆਹ ਕੰਮ 'ਚ ਆਹ ਕਰਕੇ ਨਹੀਂ ਹੁੰਦਾ, ਕਰ ਲਓ। ਆਹੀ ਟੈਕਸ 'ਚ ਫੜੇ ਨਹੀਂ ਜਾਣਾ, ਕਰਾ ਲਓ ਇਹਨਾਂ ਕੋਲ $7-8 'ਚ ਕੰਮ ਲੋਕਾਂ ਤੋਂ। ਇਸ ਕੰਮ ਦੇ ਵਿੱਚ ਆਹ ਨਹੀਂ ਹੋਣਾ, ਥੱਲੇ ਬੇਸਮੈਂਟ ਬਿਨਾਂ ਦੱਸੇ ਗਵਰਨਮੈਂਟ ਨੂੰ ਕਿਰਾਏ ਤੇ ਚੜਾ ਲਓ, ਉਹ ਵੀ ਟੈਕਸ ਵਿੱਚ। ਮਤਲਬ ਕਿ ਅਸੀਂ ਹਰ ਕੰਮ ਦਾ ਅਲਟਰਨੇਟ ਲੱਭਦੇ। ਸੇਮ ਚੀਜ਼ ਉਹੀ ਹੌਲੀ ਹੌਲੀ ਸਾਡੀਆਂ ਬੀਬੀਆਂ 'ਚ ਚੱਲ ਗਈ। ਪਹਿਲਾਂ ਕੀ ਸੀ, ਕੁਛ ਨਹੀਂ ਹੁੰਦਾ ਜੀ, ਵਾਈਨ ਤੇ ਬੀਬੀਆਂ ਪੀਂਦੀਆਂ ਨਹੀਂ। ਵਾਈਨ ਚੱਲੀ, ਫਿਰ ਬੀਰਾਂ ਚੱਲ ਪਈਆਂ। ਪਹਿਲਾਂ ਬੀਰਾਂ ਚੱਲੀਆਂ, ਵਾਈਨਾਂ ਚੱਲੀਆਂ, ਚਲੋ ਦੋਨੋਂ ਚੀਜ਼ਾਂ ਚੱਲ ਪਈਆਂ। ਹੌਲੀ ਹੌਲੀ ਬੀਬੀਆਂ ਵਿਸਕੀਆਂ ਲਾਈਆਂ, ਹੌਲੀ ਹੌਲੀ ਬੀਬੀਆਂ ਸਿਗਰਟਾਂ ਤੇ ਆ ਗਈਆਂ। ਹੁਣ ਬੀਬੀਆਂ ਉਹ ਦੂਜੇ ਹੋ ਕੇ ਹੱਕੇ ਜੀ ਉੱਧਰ ਵੀ ਮੈਂ ਸੁਣਿਆ ਵੀ ਉੱਧਰ ਵੀ ਪਹੁੰਚ ਗਈਆਂ, ਸਮੈਕ ਵੱਲ ਵੀ ਆ ਗਏ। ਮਤਲਬ ਕਿ ਮਰਦ ਦੀ ਬਰਾਬਰੀ ਤੁਸੀਂ ਕਰਨੀ ਚੰਗੀਆਂ ਕੰਮਾਂ 'ਚ ਕਰਦੀ ਹੋ। ਨਹੀਂ, ਪਰ ਇਹ ਜਿਹੜੀ ਗੱਲ ਹੋਈ ਆ ਨਾ ਜੀ, ਗੁਜਰਾਤ ਦੀ ਜਿਹੜੀ ਕੁੜੀ ਆ, ਸ਼ਮਾ ਉਹਦਾ ਨਾਮ, ਹਾਂਜੀ, ਉਹ ਸ਼ਮਾ ਨੇ ਜਿਹੜਾ ਆਪਣੇ ਆਪ ਨਾਲ ਵਿਆਹ ਕਰਾਇਆ, ਇੱਕ ਚੁਣੌਤੀ ਤਾਂ ਹੈਗੀ ਸਮਾਜ ਨੂੰ ਵੀ ਅੱਗੇ ਇੰਨੇ ਛੜੇ ਤੁਰੇ ਪੈਂਦੇ ਜੇ ਇੱਕ ਹੋਰ ਵੱਧ ਗਿਆ। ਨਹੀਂ ਚਲੋ ਉਹ ਪਾਸਾ ਛੱਡ ਵੀ ਲਈਏ। ਮੈਨੂੰ ਲੱਗਦਾ ਹੁੰਦਾ ਕਈ ਵਾਰੀ ਕਿ ਸਮਾਜ ਦੇ ਤੌਰ ਤੇ ਉਹ ਜ਼ਰੂਰ ਕੁੜੀ ਨੇ ਇਹ ਸੋਚਿਆ ਹੋਊਗਾ ਕਿ ਮੈਨੂੰ ਇਨਸਾਫ ਨਹੀਂ ਮਿਲਣਾ। ਮੇਰੇ ਵਿਆਹ ਤੋਂ ਬਾਅਦ ਜਿਹੜੀ ਉਹ ਆਜ਼ਾਦੀ ਦੀ ਗੱਲ, ਮੈਂ ਇਹ ਨਹੀਂ ਕਹਿੰਦਾ ਕਿ ਸਿਗਰਟ ਪੀਣਾ ਆਜ਼ਾਦੀ ਹੈ ਜਾਂ ਸ਼ਰਾਬ ਪੀਣਾ, ਵਾਈਨ ਪੀਣਾ ਆਜ਼ਾਦੀ ਹੈ। ਆਜ਼ਾਦੀ ਵਿਚਾਰਾਂ ਦੀ ਵੀ ਤਾਂ ਹੁੰਦੀ ਹੈ ਨਾ। ਹਾਂ, ਬਿਲਕੁਲ ਬਿਲਕੁਲ। ਵਿਚਾਰਾਂ ਦੀ ਆਜ਼ਾਦੀ ਮੈਨੂੰ ਸਮਾਜ ਨਹੀਂ ਦੇ ਰਿਹਾ ਔਰ ਨਹੀਂ ਦੇ ਰਿਹਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅਸੀਂ ਜੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਤਾਂ ਔਰਤਾਂ ਨੂੰ ਆਜ਼ਾਦੀ ਵਾਲੀ ਗੱਲ ਨਹੀਂ। ਅਸੀਂ ਇਹ ਤਾਂ ਕਹਿੰਦੇ ਵੀ ਸਾਡੇ ਨਾਲ ਤੁਰ ਲਾ, ਪਰ ਸਬਜ਼ੀ ਵੀ ਲੈਣੀ ਹੋਵੇ ਤੇ ਉਹ ਸਾਡੀ ਮਰਜ਼ੀ ਆ ਕਿਹੜੀ ਲੈਣੀ ਹੈ। ਠੀਕ ਹੈ ਜੀ। ਇਹਦੇ 'ਚ ਵੀ ਹੁਣ ਨਾ ਥੋੜ੍ਹੀ ਜਿਹੀ ਫਰਕ ਪੈ ਗਿਆ ਅੱਗੇ ਨੂੰ ਕਾਫੀ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਲੇਕਿਨ ਟੋਟਲੀ ਵੀ ਸਹਿਮਤ ਨਹੀਂ। ਕੁਝ ਘਰ ਹੈ ਜਿੱਥੇ ਬੀਬੀਆਂ ਦੀ ਚੱਲਦੀ ਹੈ। ਨਹੀਂ, ਚੱਲਣੀ ਚਾਹੀਦੀ ਹੈ, ਕਿਉਂ ਨਹੀਂ ਚੱਲਣੀ ਚਾਹੀਦੀ? ਹਾਂਜੀ, ਨਹੀਂ ਜੀ, ਉੱਥੇ ਬੰਦਿਆਂ ਦੀ ਨਹੀਂ ਚੱਲਦੀ ਨਾ, ਬਰਾਬਰ ਦੀ ਚੱਲੇ ਨਾ। ਜੇ ਚੱਲਣੀ ਚਾਹੀਦੀ ਆ ਤੇ ਇਹਦਾ ਮਤਲਬ ਇਹ ਨਹੀਂਗਾ ਵੀ ਜੇ ਮੈਂ ਜੌਬ ਕਰਦੀ ਆ ਤੇ ਮੇਰੀ ਚੱਲਦੀ ਆ ਤੇ ਉਹਦੀ ਨਾ ਚੱਲੇ। ਮੇਰੇ ਭਰਾ ਆਏ ਨੇ, ਆਇਆ ਮੇਰਾ ਭਰਾ, ਕਰੋ ਬਣਾਓ ਖੀਰ, ਕਰੋ ਕੜਾ, ਤੇ ਆਇਆ ਮੇਰਾ ਸਹੁਰਾ, ਤੇ ਉਹ ਆਂਦੇ ਨਾ ਵੀ ਜਿਵੇਂ ਆਇਆ ਫੁੱਲ ਤੇ ਭੌਰਾ, ਵੀ ਸੁੰਘੇ ਤੇ ਵਾਪਸ ਚੱਲ ਜੇ। ਵੀ ਉਹ ਆਪਣੇ ਨਾ ਸੋਚੋ। ਹੁਣ ਇੱਧਰਲੇ ਪਾਸੇ ਸਾਡੇ ਬੰਦਿਆਂ ਵਾਲੇ ਪਾਸੇ ਵੀ ਕੀ ਹੁੰਦਾ, ਅਸੀਂ ਵੀ ਇੱਕੋ ਚੀਜ਼ ਹੀ ਸੋਚਦੇ ਹਾਂ ਵੀ ਇਹਨੇ ਮੇਰੇ ਨਾਲ ਵਿਆਹ ਕਰਾ ਲਿਆ ਤੇ ਹੁਣ ਇਹ ਸਮਝੋ ਵੀ ਆਹ ਗੱਲਾਂ ਇਹਦੀ ਡਿਊਟੀ ਬਣ ਗਈ, ਭਾਂਡੇ ਮਾਂਜਣੇ, ਬਿਲਕੁਲ ਬਿਲਕੁਲ, ਸਬਜ਼ੀ ਕੱਟਣੀ, ਇਹੀ ਗੱਲ ਮੈਂ ਕਹਿਣਾ ਜੀ। ਆਟਾ ਗੁੰਨਣਾ, ਜੇ ਉਸ ਲੜਕੀ ਨੇ ਜੇ ਇਹ ਸੋਚਿਆ ਕਿ ਵਿਆਹ ਕਰਾਉਣ ਤੋਂ ਬਾਅਦ ਮੈਨੂੰ ਇਹ ਜ਼ੁਲਮ ਸਹਿਣਾ ਪੈਣਾ, ਮੈਨੂੰ ਇਹ ਮਰਜ਼ੀ ਦੇ ਖਿਲਾਫ ਚੱਲਣਾ ਪੈਣਾ, ਤੇ ਫਿਰ ਉਹ ਇਹੀ ਕੰਮ ਹੀ ਕਰੂ। ਉਹਨੇ ਆਪਣੇ ਆਪ ਨਾਲ ਵਿਆਹ ਕਰਾ ਲਿਆ, ਕਹਿੰਦੀ ਠੀਕ ਆ, ਮੈਂ ਜੀ ਹੁਣ ਮੇਰਾ ਸਟੇਟਸ ਮੈਰਿਡ ਹੋ ਗਿਆ। ਠੀਕ ਹੈ ਜੀ। ਇਹ ਵੈਸੇ ਚੁਣੌਤੀ ਹੈ ਬੜੀ ਵੱਡੀ, ਔਰ ਸਾਨੂੰ ਜ਼ਰੂਰ ਇਹ ਤੇ ਧਿਆਨ ਦੇਣ ਦੀ ਲੋੜ ਹੈ। ਜੇ ਇਹ ਪਰੰਪਰਾ ਇਦਾਂ ਸ਼ੁਰੂ ਹੋ ਗਈ ਤੇ ਬੜੀਆਂ ਮੁਸੀਬਤਾਂ ਜਿਹੜੀਆਂ ਉਹ ਖੜੀਆਂ ਹੋ ਜਾਣਗੀਆਂ। ਵੈਸੇ ਵੀ ਉਹ ਉਧਰ ਦੀ ਗੱਲ ਛੱਡੋ, ਇੱਧਰ ਤੇ ਹੈ ਹੀ ਆ। ਸਾਰਾ ਯੂਰਪ ਲਾ ਲਓ, ਅਮਰੀਕਨ ਜਿੰਨੇ ਕੰਟਰੀ ਨੇ, ਚਾਹੇ ਨਾਰਥ ਅਮਰੀਕਨ ਜਾਂ ਸਾਊਥ ਅਮਰੀਕਨ ਕੰਟਰੀ ਨੇ, ਚਾਹੇ ਆਸਟ੍ਰੇਲੀਆ, ਇਹਨਾਂ ਦੇ ਵਿੱਚ ਗੋਰਿਆਂ 'ਚ ਇਹ ਕਲਚਰ ਹੈਗਾ ਜੀ। ਨਹੀਂ ਜੀ, ਤੁਸੀਂ ਸਿੰਗਲ ਮਮ ਦਾ ਕਨਸੈਪਟ ਕਿੰਨਾ? ਹਾਂਜੀ, ਇਹਨਾਂ 'ਚ ਇਹ ਕਲਚਰ ਹੈਗਾ। ਹਾਂਜੀ, ਸਿੰਗਲ ਮਮ ਦਾ ਕਨਸੈਪਟ ਵੀ, ਇਹਨਾਂ 'ਚ ਸਿੰਗਲ ਫਾਦਰ ਦਾ ਵੀ ਕਨਸੈਪਟ ਹੈ। ਉਹ ਵਿਆਹ ਹੀ ਨਹੀਂ ਕਰਾਉਂਦੇ। ਉਹੀ ਕਲਚਰ ਹੌਲੀ ਹੌਲੀ ਸਾਡੀ ਪੰਜਾਬੀਆਂ 'ਚ ਵੜ ਰਿਹਾ, ਜਿਹੜਾ ਤੁਹਾਨੂੰ ਪਤਾ ਨਹੀਂ ਲੱਗ ਰਿਹਾ।
ਬਿਲਕੁਲ। ਪਹਿਲਾਂ ਸਾਡੇ ਪੰਜਾਬੀਆਂ ਦੇ 5-5 7-7 ਬੱਚੇ ਸੀਗੇ। ਹੂੰ। ਤੁਸੀਂ ਸੋਚਦੇ ਹੋ ਕਿ ਪੰਜਾਬੀਆਂ ਦੀ ਆਬਾਦੀ ਬੜੀ ਵਧ ਗਈ, ਬਾਹਰਲੇ ਮੁਲਕਾਂ 'ਚ ਪਹੁੰਚ ਗਏ, ਉਦੋਂ ਦੀ ਆਬਾਦੀ ਵਧੀ, ਉਦੋਂ ਦੇ ਪਹੁੰਚੇ ਆ ਜਦੋਂ ਇੱਕ ਘਰ 'ਚ 5-5 6-6 ਬੱਚੇ ਸੀ। ਬਿਲਕੁਲ। ਹੁਣ ਤੇ ਇੱਕ ਜਾਂ ਦੋ, ਜਾਂ ਇੱਧਰ ਆ ਜਾਂ ਉੱਧਰ। ਹਾਂਜੀ, ਜਾਂ ਇੱਕ ਜਾਂ ਦੋ। ਹੂੰ। ਹੁਣ ਇੱਕ ਜਾਂ ਦੋ ਦੇ ਵਿੱਚੋਂ ਤੁਸੀਂ ਹੁਣ ਜਿਹੜਾ ਆਉਣ ਵਾਲਾ ਕਨਸੈਪਟ ਜਦੋਂ ਫੋਰਨ ਦਾ ਤੁਹਾਡੇ ਬੱਚੇ ਹੌਲੀ ਹੌਲੀ, ਮੈਨੂੰ ਜਿੱਥੋਂ ਤੱਕ ਖਬਰਾਂ ਮਿਲੀਆਂ, ਹੈਵੀ ਹੋ ਰਿਹਾ, ਜੇ ਉਹ ਹੋ ਗਿਆ ਤੇ ਇਹ ਵੀ ਚਿੰਤਾ ਵਾਲਾ ਵਿਸ਼ਾ ਜੇ ਕਿ ਤੁਸੀਂ ਇਹ ਨਾ ਸੋਚੋ ਗੁਜਰਾਤ 'ਚ ਚਿੰਤਾ ਦਾ ਵਿਸ਼ਾ ਜਾਂ ਫਲਾਣੀ ਜਗ੍ਹਾ ਤੁਹਾਡੇ। ਮੈਂ ਤਾਂ ਇੱਕ ਉਹ ਹਵਾਲਾ ਹੀ ਦਿੱਤਾ। ਹਾਂਜੀ ਹਾਂਜੀ, ਚੁਣੌਤੀ ਤਾਂ ਸਾਰੇ ਸੰਸਾਰ ਵਾਸਤੇ ਹੈ। ਬਿਲਕੁਲ ਜੀ, ਖਾਸ ਕਰਕੇ ਸਾਡੇ ਭਾਰਤੀਆਂ ਵਾਸਤੇ। ਸੰਸਾਰ 'ਚ ਤਾਂ ਅੱਗੇ ਚੁਣੌਤੀ ਹੈਗੀ ਠੀਕ ਹੈ, ਕਿਉਂਕਿ ਕਮਿਊਨਿਟੀਆਂ ਜਿਹੜੀਆਂ ਘਟ ਰਹੀਆਂ ਨੇ ਨਾ, ਅਸੀਂ ਨਹੀਂ ਸਾਡੇ ਸਮਾਜ ਵਿੱਚ ਹੀ ਜਿਹੜਾ ਨਾ ਬਹੁਤ ਕੁਝ ਵਧੀਕੀਆਂ ਹੋ ਰਹੀਆਂ ਜਾਂ ਵਿਤਕਰੇ ਹੋ ਰਹੇ ਆ, ਤੇ ਅਸੀਂ ਕੁਦਰਤੀ ਉਸ ਸਮਾਜ ਦੀ ਗੱਲ ਹੀ ਕਰਾਂਗੇ। ਬਿਲਕੁਲ ਬਿਲਕੁਲ। ਜਿੱਥੇ ਸਾਰਾ ਕੁਝ ਵਾਪਰ ਰਿਹਾ, ਵਰਤਾਰੇ ਹੋ ਰਹੇ ਆ, ਅਸੀਂ ਉਸ ਸਮਾਜ ਦੀ ਗੱਲ ਕਰਾਂਗੇ। ਅੱਜ ਗੁਜਰਾਤ 'ਚ ਹੋਇਆ, ਕੱਲ ਨੂੰ ਪੰਜਾਬ 'ਚ ਹੋਏਗਾ, ਪਰਸੋਂ ਨੂੰ ਮਹਾਰਾਸ਼ਟਰ 'ਚ ਹੋ ਸਕਦਾ, ਹਰਿਆਣੇ 'ਚ ਹੋ ਸਕਦਾ, ਯੂਪੀ 'ਚ ਹੋ ਸਕਦਾ। ਇਹ ਕਿਤੇ ਵੀ ਇਹ ਜਿਹੜੇ ਭਾਣੇ ਵਰਤ ਸਕਦੇ ਆ। ਇਹਦੇ ਲਈ ਜ਼ਰੂਰੀ ਹੈ ਕਿ ਸਮਾਜ ਵਾਲੇ ਜਿਹੜੇ ਬੰਦੇ ਸਮਾਜ ਦੀ ਫਿਕਰਮੰਦੀ ਕਰਦੇ ਆ, ਉਹਨਾਂ ਨੂੰ ਹੋਰ ਫਿਕਰਮੰਦ ਹੋਣਾ ਪਊਗਾ ਕਿ ਇਹ ਵਰਤਾਰਾ ਹੋਇਆ ਹੀ ਕਿਉਂ, ਕੀ ਇਸ ਵਰਤਾਰੇ ਨੂੰ ਰੋਕਿਆ ਜਾ ਸਕਦਾ ਸੀ। ਬਿਲਕੁਲ ਜੀ, ਅਸਲ ਜਾਂ ਉਹਨੂੰ ਨਹੀਂ ਰੋਕ ਸਕੇ, ਤੁਸੀਂ ਸ਼ਮਾ ਨੂੰ ਨਹੀਂ ਰੋਕ ਸਕੇ, ਤੇ ਕੀ ਹੋਰ ਕੋਈ ਸ਼ਮਾ ਉੱਠ ਕੇ ਤਾਂ ਨਹੀਂ ਇਦਾਂ ਦਾ ਕੰਮ ਕਰੂਗੀ। ਬਿਲਕੁਲ ਜੀ, ਉਹ ਬਹੁਤ ਪਹਿਲਾਂ ਜਦੋਂ 1947 ਵਾਲੀ ਘਟਨਾ ਹੋਈ ਸੀ ਜੀ, ਉਦੋਂ ਸਾਡੀ ਪੰਜਾਬੀ ਦੀ ਮਹਾਨ ਰਾਈਟਰ ਹੋਈ ਹੈ ਜੀ, ਰਿਸ਼ਤੇਦਾਰੀ 'ਚ ਸਾਡੇ ਵੀ ਤਾਈ ਜੀ ਲੱਗਦੇ ਨੇ, ਅਮਰਤਾ ਪ੍ਰੀਤਮ ਜੀ। ਬਲ ਸਾਡਾ ਪਿੰਡ ਹੈ, ਉੱਥੇ ਉਹਨਾਂ ਦੇ ਜਿਹੜੇ ਹਸਬੈਂਡ ਸੀ, ਉੱਥੋਂ ਪਿਛੋਕੜ ਉਹਨਾਂ ਦੀ ਉੱਥੋਂ ਹੀ ਆ ਜੀ। ਤੇ ਉਹਨਾਂ ਲਿਖਿਆ ਸੀ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਫੇਰ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵਹਿਣਾ, ਅੱਜ ਲੱਖਾਂ ਧੀਆਂ ਰੋਂਦੀਆਂ ਪਈਆਂ ਵਾਰਿਸਾਂ ਨੂੰ। ਕਹਿਣ ਜਦੋਂ ਲਿਖਿਆ ਹੀ ਜਨਾਨੀਆਂ ਤੇ ਇਸ ਤਰ੍ਹਾਂ ਦਾ ਜਾਣਾ, ਜਦੋਂ ਧੀਆਂ ਤੇ ਭੈਣਾਂ ਤੇ ਇਸ ਤਰ੍ਹਾਂ ਦਾ ਲਿਖਿਆ ਜਾਣਾ, ਮੈਂ ਕਈ ਵਾਰ ਉਹਨਾਂ ਲਿਖੇ ਤੇ ਨਿਚੋੜ ਕੱਢਦਾ ਹੁੰਦਾ ਵੀ ਤੁਸੀਂ ਹੀਰ ਦੀ ਗੱਲ ਕਰਦੇ ਜੇ, ਹੀਰ ਦੇ ਵੀ ਬਾਰੇ 'ਚ ਉਹਦਾ ਆਪਣਾ ਅਲੱਗ ਕਨਸੈਪਟ ਸੀਗਾ। ਕਿਉਂਕਿ ਜਦੋਂ ਅਸੀਂ ਸੋਚਦੇ ਇਸ ਤਰੀਕੇ ਨਾਲ ਆ ਕਿ ਮੈਂ ਰੌਣਕਿਆਂ ਤਿੰਨਾਂ ਵਿਹੜਿਆਂ ਦੀ, ਹੀਰ ਜਿਹੜੀ ਸੀ, ਉਹਨੇ ਅਸਲ ਵਾਰਿਸ ਦੀ ਹੀਰ ਪੜ੍ਹੋ ਤੇ ਬੜੇ ਮਹਾਨ ਰਾਈਟਰ ਨੇ, ਉਹਦੇ ਵਿੱਚ ਇੱਕ ਨਿਚੋੜ ਨਿਕਲਦਾ, ਉਹ ਕਹਿੰਦੇ ਆ ਕਿ ਮੈਂ ਰੌਣਕਿਆਂ ਤਿੰਨਾਂ ਵਿਹੜਿਆਂ ਦੀ, ਜੰਮੀ ਸਿਆਲਾਂ ਤੇ ਮੰਗਿਆ ਖੇੜਿਆਂ ਦੀ। ਜੰਮੀ ਸਿਆਲ ਤੇ ਮੰਗਿਆ ਖੇੜਿਆਂ ਦੀ, ਅਖੀਰ ਹੋਵੇ ਹਿਸਾਬ ਤਾਂ ਸਾਰੇ ਆ ਜਾਣ। ਉਹ ਕਹਿੰਦੀ ਅਖੀਰ ਹੋਵੇ ਹਿਸਾਬ ਤਾਂ ਸਾਰੇ ਆ ਜਾਣ, ਗੱਲ ਮੁੱਕਣੀ ਆਖਰ ਤਖਤ ਹਜ਼ਾਰੇ ਆ। ਔਰ ਸੌਰੀ, ਅਖੀਰ ਹੋਵੇ ਹਿਸਾਬ ਤਾਂ ਆਉਣੇ ਸਾਰੇ ਆ, ਗੱਲ ਮੁੱਕਣੀ ਆਖਰ ਤਖਤ ਹਜ਼ਾਰੇ। ਹੁਣ ਉਹ ਵਿਚਾਰੀ ਨੇ ਕੀ ਕੀਤਾ ਜੀ, ਵਿਚਾਰੀ ਨੇ, ਮੈਂ ਕਹਿ ਸਕਦਾ ਜੀ, ਹੀਰ ਮਾਈ ਕਹਿੰਦੇ ਲੋਕੀ, ਪੂਜਣ ਯੋਗ ਪੂਜਦੇ ਨੇ ਜੀ। ਵੇਖੋ ਜੀ, ਜੰਮੀ ਸਿਆਲਾਂ ਦੇ, ਵਿਆਹੀ ਖੇੜਿਆਂ ਦੇ ਗਈ, ਤੇ ਲੇਕਿਨ ਉਹਨੂੰ ਅਖੀਰ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਆਪਣੇ ਆਸ਼ਕ ਨਾਲ ਤਖਤ ਹਜ਼ਾਰੇ ਜਾਣਾ ਪਿਆ। ਉਹ ਇਸ਼ਕ ਦੀ ਕਹਾਣੀ ਸੀ। ਆਂਦੇ ਜੀ ਕੀ ਕਰਾਂ ਅੰਦਰ ਦੇ ਝਗੜੇ ਝੇੜਿਆਂ ਨੂੰ, ਬਾਬਲ ਤੋੜ ਦਿੱਤਾ ਮੈਨੂੰ ਖੇੜਿਆਂ ਨੂੰ। ਪਿਓ ਦੀ ਵੀ ਗੱਲ ਮੰਨੀ, ਬਿਲਕੁਲ। ਇਹ ਨਹੀਂ ਵੀ ਹੀਰ ਆਗਿਆਕਾਰੀ ਨਹੀਂ ਸੀ, ਉਸ ਸਮੇਂ ਦੀ ਸਭ ਤੋਂ ਆਗਿਆਕਾਰੀ ਧੀ ਗਣੀ ਗਈ ਜੀ। ਕੀ ਕਰਾਂ ਮੈਂ ਅੰਦਰ ਦੇ ਝਗੜੇ ਝੇੜਿਆਂ ਨੂੰ, ਬਾਬਲ ਤੋੜ ਦਿੱਤਾ ਮੈਨੂੰ ਖੇੜਿਆਂ ਨੂੰ, ਅਥਰੂ ਮਾਂ ਦੇ ਸ਼ਮਲਾ ਬਾਬਲ ਦਾ ਬਣ ਗਏ ਸਭ ਦੇ ਸਹਾਰੇ ਆ, ਤੇ ਗੱਲ ਮੁੱਕਣੀ ਤਖਤ ਹਜ਼ਾਰੇ ਆ। ਬਹੁਤ ਖੂਬ। ਉਹ ਕਹਿੰਦੀ ਜੀ, ਬਾਬਲ ਚੂਚਕ ਕੈਦੋਂ ਦੇ ਸਾਕ ਸਾਰੇ, ਮੈਥੋਂ ਫਿਰਨ ਛਡਾਉਣ ਨੂੰ ਚਾਕ ਸਾਰੇ। ਵੀ ਰਾਂਝਾ ਛਡਾਉਣ ਨੂੰ ਫਿਰਦੇ ਆ ਮੇਰੇ ਤੋਂ। ਬਾਬਲ ਚੂਚਕ ਕੈਦੋਂ ਤੇ ਸਾਕ ਸਾਰੇ, ਮੈਥੋਂ ਫਿਰਨ ਛਡਾਉਣ ਨੂੰ ਚਾਕ ਸਾਰੇ। ਜੰਜ ਆ ਗਈ ਘਰ ਵਿੱਚ ਖੇੜਿਆਂ ਦੀ, ਤੇ ਮੌਲਾ ਦੇ ਅਜਬ ਨਜ਼ਾਰੇ ਆ, ਪਰ ਗੱਲ ਮੁੱਕਣੀ ਤਖਤ ਹਜ਼ਾਰੇ ਆ। ਛੇਤੀ ਮੁੱਕ ਜਾਣਾ ਸਭ ਰੌਲਾ ਏ। ਹੁਣ ਹੋਣਾ ਕੀ ਆ, ਭੈਣ ਨੇ ਵਿਆਹ ਕਰਾ ਲਿਆ, ਚਲੋ ਆਪਣੇ ਨਾਲ ਕਰਾ ਲਿਆ ਜਾਂ ਜਿਸ ਤਰ੍ਹਾਂ ਵੀ ਉਹਨੇ ਕਰਾ ਲਿਆ, ਅਖੀਰ ਤੇ ਉਹਨੇ ਵੀ ਸ਼ਮਸ਼ਾਨ ਘਾਟ ਹੀ ਜਾਣਾ, ਸਾਰਿਆਂ ਅਸੀਂ ਵੀ ਜਾਣਾ, ਉਹਨੇ ਵੀ ਜਾਣਾ, ਸਾਰਿਆਂ। ਛੇਤੀ ਮੁੱਕ ਜਾਣਾ ਸਭ ਰੌਲਾ ਏ, ਜਾਣਾ ਰਾਂਝਣ ਦੇ ਘਰ ਡੋਲਾ ਏ। ਇਹ ਅਸਲ ਇਹ ਲਿਖਿਆ ਸੀ ਰੱਬ ਲਈ। ਇੱਥੋਂ ਤੋਂ ਫਿਰ ਮੈਂ ਉਹਨੂੰ ਉਸੇ ਪਾਸੇ ਵੀ ਲਿਆ ਕੇ ਸੁਣਾਵਾਂਗਾ। ਉਹ ਆਂਦਾ ਜੀ, ਛੇਤੀ ਮੁੱਕ ਜਾਣਾ ਸਭ ਰੌਲਾ ਏ, ਜਾਣਾ ਰਾਂਝਣ ਦੇ ਘਰ ਡੋਲਾ ਏ। ਬਲ ਰਸਮਾਂ ਹੋਣੀਆਂ ਪੂਰੀਆਂ ਨੇ, ਤੇ ਵੰਡੇ ਜਾਣੇ ਬਿੰਦ ਛੁਹਾਰੇ ਆ, ਤੇ ਗੱਲ ਮੁੱਕਣੀ ਤਖਤ ਹਜ਼ਾਰੇ। ਬਹੁਤ ਖੂਬ, ਗੱਲ ਬੜੇ ਵਧੀਆ ਲਫ਼ਜ਼ ਤੁਸੀਂ ਲਿਆਉਂਦੇ ਲੱਭ। ਹਾਂਜੀ, ਹੁਣ ਮੈਂ ਤੁਹਾਨੂੰ ਦੱਸਾਂ ਕਿ ਰੱਬ ਨਾਲ ਕਿਵੇਂ ਜੋੜ ਕੇ ਬਾਬਾ ਜੀ ਨੇ ਲਿਖੀ ਸੀ, ਵਾਰਿਸ ਸ਼ਾਹ ਨੇ ਕਿਵੇਂ ਲਿਖੀ ਸੀ। ਉਹਨੇ ਕਿਹਾ ਕਿ ਕੀ ਕਰਾਂ ਅੰਦਰ ਦੇ ਝਗੜੇ ਝੇੜਿਆਂ ਨੂੰ, ਜਿਹੜੇ ਅੰਦਰ ਤੁਹਾਡੇ ਚੱਲਦੇ ਨੇ, ਬਿਲਕੁਲ,
ਬਾਬਲ ਤੋੜ ਦਿੱਤਾ ਮੈਨੂੰ ਖੇੜਿਆਂ ਨੂੰ ਵੀ ਜਾ ਕੰਮ ਕਰ, ਆ ਵੀ ਕਰ, ਆ ਵੀ ਕਰ, ਲਾਲਚ ਕਰ ਲਾ, ਆ ਵੀ ਕਮਾ ਲਾ, ਆ ਵੀ ਕਮਾ ਲਾ। ਇਹ ਸਾਰੇ ਉਹਦੇ ਰੰਗ ਨੇ ਰੱਬ ਦੇ, ਉਹਨੇ ਤੁਹਾਨੂੰ ਕੰਮੀ ਲਾਇਆ ਆ। ਅਥਰੂ ਮਾਂ ਦੇ ਸ਼ਮਲਾ ਬਾਬਲ ਦਾ, ਅਥਰੂ ਮਾਂ ਦੇ ਸ਼ਮਲਾ ਬਾਬਲ ਦਾ, ਬੰਨਣ ਬਣ ਗਏ ਸਭ ਸਹਾਰੇ ਆ। ਆ ਜਿਹੜੇ ਤੁਸੀਂ ਬੱਚੇ ਪਾਲਦੇ ਜੇ ਉਹ ਸਾਰੇ ਬੰਨਣ ਨੇ, ਤੇ ਗੱਲ ਮੁੱਕਣੀ ਤਖਤ ਹਜ਼ਾਰ ਆ। ਤੇ ਲਾਸਟ ਵਾਲਾ ਪਹਿਰਾ ਉਹੀ ਆ ਜਾਂਦਾ ਫਿਰ, ਬਾਬਲ ਚੂਚਕ ਕੈਦੋਂ ਤੇ ਸਾਕ ਸਾਰੇ, ਜਿੰਨੇ ਸਾਡੇ ਰਿਸ਼ਤੇਦਾਰ ਆ, ਜਿਹੜਾ ਪਿਓ ਆ ਮਾਂ ਆ, ਮੈਥੋਂ ਫਿਰਨ ਨੂੰ ਛਡਾਉਣ ਨੂੰ ਚਾਕ ਸਾਰੇ, ਕਿ ਤੇਰੀ ਰੱਬ ਦੀ ਜਿਹੜੀ ਲੜ ਆ ਉਹ ਛਡਾਉਣ ਨੂੰ ਫਿਰਦੇ ਆ। ਜਾਂ ਜੇ ਆ ਗਈ ਘਰ ਵਿੱਚ ਖੇੜਿਆਂ ਦੀ, ਹੁਣ ਸਾਰੀ ਰੌਣਕ ਮੇਲਾ ਸਭ ਬਣ ਗਿਆ ਹੈ, ਪੂਰੇ ਘਰ ਚ ਕਹਿੰਦੇ ਮਾਹੌਲ ਬਣ ਗਿਆ, ਤੇ ਮੌਲਾ ਦੇ ਅਜਬ ਨਜ਼ਾਰੇ ਆ, ਤੇ ਗੱਲ ਮੁੱਕਣੀ ਤਖਤ ਹਜ਼ਾਰੇ। ਬਹੁਤ ਖੂਬ। ਦੋ ਅਰਥੀ ਕਵਿਤਾ ਜੀ, ਪਹਿਲਾਂ ਇਹਨਾਂ ਨੇ ਕਿਸੇ ਹੋਰ ਰੰਗ 'ਚ ਸੁਣਾਈ ਤੇ ਫਿਰ ਉਸ ਤੋਂ ਬਾਅਦ ਨਹੀਂ ਜੀ ਹੋਰ ਰੰਗ 'ਚ ਸੁਣਾਈ। ਜਦੋਂ ਤੁਸੀਂ ਦੋਨਾਂ ਦੇ ਮਾਣੇ ਜਿਹੜੇ ਜੀ ਬੜੇ ਵੱਡੇ ਅਲੱਗ ਆ। ਤੇ ਜਦੋਂ ਤੁਸੀਂ ਚੰਗੇ ਰਾਈਟਰ ਨੂੰ ਪੜ੍ਹੋਗੇ ਨਾ, ਚੰਗੇ ਲੇਖਕਾਂ ਨੂੰ ਪੜ੍ਹੋਗੇ, ਉਦੋਂ ਆਟੋਮੈਟਿਕਲੀ ਤੁਹਾਨੂੰ ਪਤਾ ਲੱਗ ਜਾਏਗਾ ਲਿਖਣ ਦਾ ਢੰਗ ਆ ਜਾਂਦਾ ਵੀ ਭਾਈ ਇਹ ਕੀ ਆ। ਜਿਸ ਤਰ੍ਹਾਂ ਉਹ ਕਹਿੰਦੇ ਨਾ ਵੀ ਹਾਸ਼ਮ ਪੈਰ ਮਲੂਕ ਸੱਸੀ ਤੇ ਮਹਿੰਦੀ ਨਾਲ ਸ਼ਿੰਗਾਰੇ, ਤੇ ਸੂਰਜ ਭੱਜ ਵੜਿਆ ਵਿੱਚ ਬਦਲੀ ਡਰਦਾ ਲਿਸ਼ਕ ਨਾ ਮਾਰੇ। ਤੇ ਉਹ ਬੜੀ, ਉਹਨੂੰ ਵੀ ਜੇ ਤੁਸੀਂ ਪੂਰੇ ਧਿਆਨ ਨਾਲ ਪੜ੍ਹੋ ਤਾਂ ਉਹਨਾਂ ਵੀ ਬੜੇ ਧਿਆਨ ਨਾਲ ਮੀਨਿੰਗ ਰੱਖਿਆ ਵੀ ਇਸ਼ਕ ਦੇ ਅੱਗੇ ਸੂਰਜ ਚੰਦਰਮਾ ਇਹ ਵੀ ਸਾਰੇ ਹਾਰ ਜਾਂਦੇ ਆ, ਤੇ ਅੱਗੋਂ ਵੇਖ ਯਕੀਨ ਸੱਸੀ ਦਾ ਸਿਦਕੋ ਮੂਲ ਨਾ ਹਾਰੇ। ਹਾਸ਼ਮ ਵੇਖ ਯਕੀਨ ਸੱਸੀ। ਬਹੁਤ ਪਿਆਰੀਆਂ ਕਵਿਤਾਵਾਂ ਅੱਜ ਬਲ ਸਾਨੂੰ ਸੁਣਾਈਆਂ, ਤੇ ਕੁਝ ਮੁੱਦੇ ਅਸੀਂ ਉਭਾਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਵਿੱਚੋਂ ਤੂੰ ਕਾਹਦਾ ਪਟਵਾਰੀ, ਮੁੰਡਾ ਤੇਰਾ ਰੋਵੇ ਅੰਬੀਆਂ ਨੂੰ, ਮੁੰਡਾ ਮੇਰਾ ਰੋਵੇ ਅੰਬ ਨੂੰ, ਮੁੰਡਾ ਮੇਰਾ ਕਿ ਤੇਰਾ, ਇੱਕੋ ਗੱਲ ਹੀ ਜੀ, ਦੋਵਾਂ ਦਾ ਹਿੱਸਾ ਹੈ ਤੇ ਸਾਂਝਾ ਸੀ, ਪਰ ਜਨਾਨੀਆਂ ਨੂੰ ਗਾਣਾ ਪਤਾ ਨਹੀਂ ਕਿੱਦਾਂ ਵਾ, ਉਹ ਮੇਰਾ ਮੁੰਡਾ ਤੇਰਾ ਰੋਵੇ ਅੰਬ, ਮੁੰਡਾ ਤੇਰਾ ਰੋਵੇ ਅੰਬ। ਦੂਜੀ ਸੀਗੀ ਜੀ ਬਈ ਠੇਕੇ ਤੇ ਘਰ ਪਾ ਲੈਣਾ, ਹਾਂਜੀ, ਮੌਜ ਬੜੀ ਲੱਗ ਜਾਣੀ, ਮੌਜ ਬਣ ਜਾਣੀ ਨਹੀਂ। ਇਹ ਗੱਲਾਂ ਜਿਹੜੀਆਂ ਜੀ ਅਸੀਂ ਹਾਸੇ ਮਖੌਲ ਦੇ ਵਿੱਚ, ਸ਼ੁਗਲ ਦੇ ਵਿੱਚ ਪਾ ਕੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਵਿਤਾ ਦੇ ਕਈ ਬੰਦ ਤੁਸੀਂ ਸੁਣਦੇ ਹੋਵੋਗੇ, ਬੜੇ ਸੀਰੀਅਸ ਹੁੰਦੇ, ਉਹਨਾਂ ਦੇ ਬੜੇ ਵੱਡੇ ਮਤਲਬ ਹੁੰਦੇ ਆ, ਅਰਥ ਹੁੰਦੇ ਆ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹ ਗੱਲਾਂ ਨੂੰ ਉਭਾਰ ਕੇ ਉਹਨਾਂ ਗੱਲਾਂ ਦਾ ਜ਼ਿਕਰ ਕਰੀਏ ਇਸ ਸਾਥ 'ਚ ਬੈਠ ਕੇ, ਜਿਨ੍ਹਾਂ ਦਾ ਸਿੱਧਾ ਸੰਬੰਧ ਜਿਹੜਾ ਤੁਹਾਡੇ ਨਾਲ ਹੈਗਾ। ਬਲ ਸਾਹਿਬ ਨੇ ਸਮਾਂ ਕੱਢਿਆ, ਇਹਨਾਂ ਦਾ ਧੰਨਵਾਦ ਤਾਂ ਕਰਾਂਗੇ, ਪਰ ਤੁਹਾਡਾ ਧੰਨਵਾਦ ਇਹਨਾਂ ਤੋਂ ਪਹਿਲਾਂ ਕਿ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ, ਦੇਖਦੇ ਹੋ, ਔਰ ਬਾਰ-ਬਾਰ ਵੇਖਦੇ ਹੋ YouTube ਤੇ ਵੀ, Facebook ਤੇ ਵੀ, ਤੇ ਉਹਦੇ ਤੇ ਕਮੈਂਟ ਦਿਆ ਕਰੋ, ਉਹਨੂੰ ਲਾਈਕ ਕਰੋ, ਤਾਂ ਕਿ ਸਾਨੂੰ ਵੀ ਹੌਸਲਾ ਬਣੇ ਕਿ ਤੁਸੀਂ ਉਹਦੇ ਤੇ ਕਮੈਂਟ ਦਿੰਦੇ ਹੋ, ਆਪਣੇ ਵਿਚਾਰ ਦਿੰਦੇ ਹੋ। ਉਂਝ ਫੋਨ ਕਾਲ ਵੀ ਕਰ ਸਕਦੇ ਹੋ, ਨੰਬਰ ਜਿਹੜੇ ਆ ਉਹ ਸਕਰੀਨ ਤੇ ਆ ਰਹੇ ਹੁੰਦੇ ਆ। ਬਲ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ ਵੈਰੀ ਮਚ, ਤੁਸੀਂ ਸਮਾਂ ਕੱਢਿਆ, ਇੰਨੀਆਂ ਵਧੀਆ ਕਵਿਤਾਵਾਂ ਸੁਣਾਈਆਂ। ਸਭ ਤੋਂ ਪਿਆਰੀ ਕਵਿਤਾ ਮੈਨੂੰ ਅੱਜ ਤੁਹਾਡੀ ਜਿਹੜੀ ਲੱਗੀ ਹੈ ਅੱਜ, ਉਂਝ ਸਾਰੀਆਂ ਵਧੀਆ, ਗੱਲ ਮੁੱਕਣੀ ਤਖਤ ਹਜ਼ਾਰੇ, ਉੱਥੇ ਹੀ ਮੁੱਕਣੀ ਹੈ ਜੀ। ਅਖੀਰ 'ਚ ਮੈਂ ਇਜਾਜ਼ਤ ਲਵਾਂਗਾ ਜੀ ਜਾਂਦੇ ਜਾਂਦੇ ਕਿ ਛੇਤੀ ਮੁੱਕ ਜਾਣਾ ਸਭ ਰੌਲਾ ਏ, ਇਹ ਹਰ ਇੱਕ ਦਾ ਮੁੱਕਣਾ ਜੀ, ਚੇਤਾ ਰੱਖਿਓ। ਛੇਤੀ ਮੁੱਕ ਜਾਣਾ ਸਭ ਰੌਲਾ ਏ, ਜਾਣਾ ਰਾਂਝਣ ਦੇ ਘਰ ਡੋਲਾ ਏ, ਜਾਣਾ ਰਾਂਝਣ ਦੇ ਘਰ ਡੋਲਾ ਏ, ਬਲ ਰਸਮਾਂ ਸਾਰੀਆਂ ਪੂਰੀਆਂ ਹੋਣੀਆਂ ਨੇ, ਵੰਡੀ ਜਾਣੇ ਬਿੱਦ ਛੁਹਾਰੇ ਆ, ਤੇ ਗੱਲ ਮੁੱਕਣੀ ਤਖਤ ਹਜ਼ਾਰੇ ਆ ਜੀ। ਗੱਲ ਮੁੱਕਣੀ ਤਖਤ ਬਿੱਦ ਛੁਹਾਰੇ ਸਿਆਣਿਆਂ ਬੰਦਿਆਂ ਨੂੰ ਪਤਾ ਜੀ, ਬਿੱਦ ਕੀ ਹੁੰਦੇ, ਛੁਹਾਰੇ ਕੀ ਹੁੰਦੇ, ਸ਼ਾਇਦ ਨਵੀਂ ਜਨਰੇਸ਼ਨ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਬਲ ਸਾਹਿਬ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ।